ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਕੱਤਰਤਾ ਦੇ ਵਿੱਚ ਸਾਰੇ ਵਿਦਿਆਰਥੀ, ਮਾਪੇ, ਹੋਰ ਵੀਰ ਭੈਣ ਭਰਾ ਜਿੰਨੇ ਵੀ ਜੁੜੇ ਹਨ, ਸਭ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੱਜ 142 ਦਿਨ ਹੋ ਗਏ ਆ ਕਿ ਇਸੇ ਤਰ੍ਹਾਂ ਸੰਗਤ ਬਖਸ਼ਿਸ਼ ਹੁੰਦੀ ਹੈ। ਸੋ ਆਓ ਹਰ ਰੋਜ਼ ਦੀ ਤਰ੍ਹਾਂ ਆਪਾਂ ਹੁਣ ਜਾਪ ਦੇ ਨਾਲ ਜੁੜਨਾ ਕਰੀਏ ਜੀ। ਜਾਪ ਦੀ ਸੇਵਾ ਲੈ ਰਹੇ ਨੇ ਅਨਮੋਲ ਜੋਤ ਕੌਰ ਜੀ, ਫਿਰੋਜ਼ਪੁਰ ਤੋਂ, EPP ਨੰਬਰ 14837, ਜ਼ੋਨ ਫਿਰੋਜ਼ਪੁਰ ਤੋਂ। ਬੇਟਾ ਜੀ ਆਪਣੀ ਹਾਂਜੀ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸ਼ੁਰੂ ਕਰੋ ਜੀ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅਨਮੋਲ ਜੋਤ ਕੌਰ ਜੀ ਬਹੁਤ ਬਹੁਤ ਧੰਨਵਾਦ ਜੀ। ਆਓ ਸਾਰੇ ਹੁਣ ਕੀਰਤਨ ਦਾ ਆਨੰਦ ਮਾਣਦੇ ਆ ਜੀ। ਅੱਜ ਕੀਰਤਨ ਦੀ ਸੇਵਾ ਲੈ ਰਹੇ ਨੇ ਹਰਸਿਮਰ ਕੌਰ ਜੀ, ਫਿਰੋਜ਼ਪੁਰ ਤੋਂ, EPP ਨੰਬਰ 15499। ਹਰਸਿਮਰ ਕੌਰ ਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸਾਥੀ ਵਾਹੁ ਨਾ ਲਈ ਪਾਰ ਬ੍ਰਹਮ ਸਰਨਾਈ। ਤਾਤੀ ਵਾਹੁ ਨਾ ਲਗਈ ਪਾਰ ਬ੍ਰਹਮ ਸਰਨਾਈ। ਤਾਤੀ ਵਾਹੁ ਨਾ ਲਗਈ ਪਾਰ ਬ੍ਰਹਮ ਸਰਨਾਈ। चौगिर्द हमारे राम का, चौगिर्द हमारे राम का, दुख लगे ना पाई, दुख लगे ना पाई। ताती वाओ ना लगई पार ब्रह्म सरनाई। ताती वाओ ना लगई पार ब्रह्म सरनाई। चौगिर्द हमारे राम का, चौगिर्द हमारे राम का, दुख लगे ना पाई, दुख लगे ना पाई। ताती वाओ न लगई पार ब्रह्म सरनाई। ताती वाओ न लगई पार ब्रह्म सरनाई। सतगुर पूरा भेटिया, सतगुर पूरा भेटिया, जिन बनत बनाई, जिन बनत बनाई। राम नामे औखद दिया, राम नामे औखद दिया, एकाली बुलाई, एकाली बुलाई। ताती वाओ न गई पार ब्रह्म सरनाई। ताती वाओ न गई पार ब्रह्म सरनाई। चौगिर्द हमारे राम का, चौगिर्द हमारे राम का, दुख लगे ना पाई,
दुख लगे ना पाई, ताती वाव न लई, पार ब्रह्म शरण आई। ताती वाव न गई, पार ब्रह्म शरण आई। राख लिए नरकनान, राख लिए तिन रतहार, सब ब्यान मिटाई, सब ब्यान मिटाई। कहो नानक कृपा पई, कहो नानक कृपा पई, प्रभ पै सहाई, प्रभ पै सहाई। ताती वाव न लगई, पार ब्रह्म शरण आई। ताती वाव न लगई, प्रभ ब्रह्म शरण आई। जो गिरद हमारे राम का, जो गिरद हमारे राम का, दुख लगे ना पाई, दुख लगे ना पाई। ताती वाव न लगई, पार ब्रह्म शरण आई। ताती वाव न लगई, पार ब्रह्म शरण आई। वाहिगुरु जी का खालसा, वाहिगुरु जी की फतेह। बेटी हरसिमर कौर जी बहुत बहुत धन्यवाद जी। ताती भाव न लग गई, पार ब्रह्म शरण आई। उस वाहिगुरु दी शरण पिया ताती वाह भी नहीं लगदी कि वाहिगुरु जी सानू विकारां तो विषयां तो बचा लेंदे आ, झूठ तो बचा लेंदे आ। तां इस करके सानू वाहिगुरु जी दी बख्शिश सदका असीं बच जाने आ। ਅੱਜ ਸਾਡੇ ਨਾਲ ਜੁੜ ਚੁੱਕੇ ਹਨ ਭਾਈ ਜਗਜੀਤ ਸਿੰਘ ਜੀ, ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਉਹਨਾਂ ਦਾ ਸਵਾਗਤ ਹੈ ਜੀ। ਉਹਨਾਂ ਦਾ ਵਿਸ਼ਾ ਹੈ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸੋ ਇਸ ਵੇਲੇ ਤਕਰੀਬਨ 350 ਪਰਿਵਾਰ ਜਿਹੜੇ ਜ਼ੂਮ ਐਪ ਦੇ ਰਾਹੀਂ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਸਤ ਸੰਗਤ ਰੂਪ ਦੇ ਵਿੱਚ ਜੁੜ ਚੁੱਕੇ ਹਾਂ। ਸੋ ਬੇਨਤੀ ਹੈ ਭਾਈ ਜਗਜੀਤ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ, ਬੜਮੁੱਲੇ ਵਿਚਾਰ ਬੱਚਿਆਂ ਦੇ ਨਾਲ ਸਾਂਝੇ ਕਰਨਗੇ, ਜਿਨ੍ਹਾਂ ਦਾ ਵਿਸ਼ਾ ਹੈ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਵਾਜ਼ ਆ ਰਹੀ ਹੈ ਜੀ? ਹਾਂਜੀ ਵੀਰ ਜੀ, ਆ ਰਹੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਸਮੁੱਚੇ ਸਿੱਖ ਪਰਿਵਾਰ ਨੂੰ, ਜਿੰਨੇ ਵੀ ਪਿਆਰੇ ਬੱਚੇ ਜਾਂ ਸਿੱਖ ਸੰਗਤਾਂ ਸਾਰੇ ਜੁੜ ਕੇ ਜ਼ੂਮ ਐਪ ਦੇ ਰਾਹੀਂ ਗੁਰਮਤ ਦਾ ਲਾਹਾ ਲੈ ਰਹੇ ਹੋ, ਸਾਰੇ ਇੱਕ ਵਾਰੀ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਵਿਸ਼ਾ ਹੈ ਜੀ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਇਹ ਪਾਵਨ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦੀ ਰਚਨਾ ਦੁਆਰਾ ਉਚਾਰਨ ਕੀਤਾ ਹੋਇਆ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਵਿੱਚ ਬਹੁਤ ਵਾਰੀ ਸਾਨੂੰ ਚਿੰਤਾ ਮੁਕਤ ਹੋਣ ਵਾਸਤੇ ਜਿਹੜਾ ਵਾ ਉਹ ਪ੍ਰੇਰਿਤ ਕੀਤਾ ਗਿਆ। ਚਿੰਤਾ ਤੋਂ ਰਹਿਤ ਕਿਵੇਂ ਹੋਣਾ ਹੈ? ਹਰ ਵਿਅਕਤੀ ਅਜੋਕੇ ਸਮੇਂ ਦੇ ਅੰਦਰ ਕਿਸੇ ਨਾ ਕਿਸੇ ਰੂਪ ਵਿੱਚ ਚਿੰਤਾ ਦਾ ਗਰਸਿਆ ਹੋਇਆ ਤੁਰਿਆ ਫਿਰਦਾ ਹੈ। ਜਦੋਂ ਗੁਰਬਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਚਿੰਤਾ ਤੋਂ ਮੁਕਤ ਕਿਵੇਂ ਹੋਣਾ ਹੈ, ਫਿਰ ਅਸੀਂ ਕਿਉਂ ਨਾ ਗੁਰਬਾਣੀ ਦਾ ਲੜ ਪਕੜ ਕੇ ਗੁਰਮਤ ਦੇ ਰਾਸਤੇ ਦੇ ਪਾਂਧੀ ਬਣ ਕੇ ਆਪਣੀ ਚਿੰਤਾ ਨੂੰ ਦੂਰ ਕਰ ਸਕੀਏ। ਪਹਿਲੀ ਗੱਲ, ਸਿਆਣਿਆਂ ਦਾ ਇੱਕ ਕਥਨ ਹੈ ਕਿ ਚਿੰਤਾ ਜਿਹੜੀ ਹੈ ਉਹ ਚਿਖਾ ਦੇ ਬਰਾਬਰ ਹੁੰਦੀ ਹੈ, ਪਰ ਗੁਰਮਤ ਦੀ ਰੌਸ਼ਨੀ ਵਿੱਚ ਤੱਕੀਏ ਤੇ ਜਿਹੜੀ ਚਿੰਤਾ ਹੈ ਉਹ ਚਿਖਾ ਦੇ ਬਰਾਬਰ ਨਹੀਂ, ਕਿਉਂਕਿ ਚਿਖਾ ਇੱਕ ਵਾਰ ਬਲਦੀ ਹੈ ਤੇ ਚਿੰਤਾ ਬੰਦੇ ਨੂੰ ਬਾਰ-ਬਾਰ ਬਾਲਦੀ ਹੈ।
ਚਿੰਤਾ ਦੇ ਵਿੱਚ ਬੰਦਾ ਵਾਰ-ਵਾਰ ਕਲਪਦਾ ਹੈ, ਪਰੇਸ਼ਾਨ ਹੁੰਦਾ ਹੈ, ਡਿਪਰੈਸ਼ਨ ਵਿੱਚ ਚਲਿਆ ਜਾਂਦਾ ਹੈ। ਮਹਾਨ ਕੋਸ਼ ਦੇ ਵਿੱਚ ਵੀ ਇਹਦੇ ਅਰਥ ਜਿਹੜੇ ਨੇ ਨਾ, ਚਿੰਤਾ ਦੇ, ਫਿਕਰ ਜਾਂ ਗਮ ਕਰਨਾ ਜਾਂ ਫਿਕਰ ਕਰਨਾ, ਇਸ ਤਰ੍ਹਾਂ ਦੇ ਕੁਝ ਇਹਦੇ ਅਰਥ ਨੇ। ਚਿੰਤਾ ਕਰਨੀ ਜਾਂ ਚੇਤਾ ਕਰਨਾ, ਦੋ ਗੱਲਾਂ ਨੇ। ਚੇਤਾ ਕਰਨਾ ਮਾੜੀ ਗੱਲ ਨਹੀਂ ਹੈ, ਪਰ ਚਿੰਤਾ ਦੇ ਵਿੱਚ ਡੁੱਬੇ ਰਹਿਣਾ ਹੀ ਮਾੜੀ ਗੱਲ ਹੈ ਅਸਲ ਵਿੱਚ। ਗੁਰਬਾਣੀ ਇਸੇ ਹੀ ਚਿੰਤਾ ਚੋਂ ਸਾਨੂੰ ਬਾਹਰ ਕੱਢਦੀ ਹੈ। ਜੇ ਆਪਾਂ ਇਹਨੂੰ ਥੋੜਾ ਜਿਹਾ ਵਿਸਥਾਰ ਨਾਲ ਵੇਖਣ ਦਾ ਯਤਨ ਕਰੀਏ ਤੇ ਦੁਨੀਆ ਦਾ ਹਰ ਮਨੁੱਖ ਕਿਸੇ ਨਾ ਕਿਸੇ ਚਿੰਤਾ ਦੇ ਵਿੱਚ ਗ੍ਰਸਤ ਹੋਇਆ ਹੈ। ਜਾਂ ਕਿਸੇ ਨੂੰ ਮਾਇਆ, ਧਨ, ਪਦਾਰਥ ਇਕੱਠਾ ਕਰਨ ਦੀ ਚਿੰਤਾ ਹੈ, ਕਿਸੇ ਨੂੰ ਔਲਾਦ ਦੀ ਚਿੰਤਾ ਹੈ, ਕਿਸੇ ਨੂੰ ਕੱਪੜੇ ਦੀ ਚਿੰਤਾ ਹੈ, ਕਿਸੇ ਨੂੰ ਘਰ ਦੀ ਚਿੰਤਾ ਹੈ, ਕਿਸੇ ਨੂੰ ਰੋਟੀ ਦੀ ਚਿੰਤਾ ਹੈ, ਔਰ ਕਿਸੇ ਨੂੰ ਆਪਣੇ ਰੁਤਬੇ ਦੀ ਚਿੰਤਾ ਵੀ ਮੈਨੂੰ ਰੁਤਬਾ ਕਿਵੇਂ ਮਿਲੇ। ਹਰ ਬੰਦਾ ਜਿਹੜਾ ਕਿਸੇ ਨਾ ਕਿਸੇ ਰੂਪ ਵਿੱਚ ਜਿਹੜਾ ਵਾ ਉਹ ਚਿੰਤਾ ਦਾ ਗਰਸਿਆ ਹੋਇਆ ਤੁਰਿਆ ਫਿਰਦਾ। ਵੈਸੇ ਆਪਾਂ ਗੁਰਬਾਣੀ 'ਚ ਨਾ ਗੂਜਰੀ ਰਾਗ ਦੇ ਵਿੱਚ ਸ਼ਬਦ ਹੈ ਭਗਤ ਤਰਲੋਚਨ ਜੀ ਦਾ। ਜਦੋਂ ਆਪਾਂ ਪੜਾਂਗੇ ਸ਼ਬਦ ਤੇ ਬੜਾ ਪਿਆਰਾ ਸ਼ਬਦ ਹੈ, ਉਹਦੇ ਆਮ ਤੌਰ ਤੇ ਜਿਹੜੇ ਹੈ ਅਰਥ, ਉਹ ਸਿੰਪਲ ਅਰਥ ਜਿਹੜੇ ਕੀਤੇ ਜਾਂਦੇ ਵੀ ਮਰਨ ਦੇ ਸਮੇਂ ਅੰਤਕਾਲ ਤੱਕ ਜਦੋਂ ਬੰਦਾ ਕੋਈ ਸਿਮਰਦਾ ਹੈ, ਮਾਇਆ ਨੂੰ ਸਿਮਰਦਾ ਹੈ ਜਾਂ ਮਾਇਆ ਚੇਤੇ ਕਰਦਾ, ਉਹ ਮਿਥਿਆਸ ਦੇ ਮੁਤਾਬਕ ਜਾਂ ਮੈਥੋਲੋਜੀ ਦੇ ਮੁਤਾਬਕ ਜਿਹੜਾ ਉਹ ਇਹ ਹੈ ਕਿ ਜਦੋਂ ਬੰਦਾ ਆਖਰੀ ਸਾਹ ਲੈਂਦਾ ਹੈ ਤੇ ਜਿਸ ਚੀਜ਼ ਨੂੰ ਚੇਤੇ ਕਰਦਾ ਹੈ ਉਹੋ ਜਿਹੀ ਜੂਨ ਚ ਪੈ ਜਾਂਦਾ। ਇਹ ਮਿਥਿਆਸ ਦੀ ਗੱਲ। ਪਰ ਗੁਰਬਾਣੀ ਜਦੋਂ ਪ੍ਰੈਜੈਂਟ ਸਮੇਂ ਦੇ ਵਿੱਚ ਜ਼ਿੰਦਗੀ ਜਿਉਣ ਦੀ ਗੱਲ ਕਰਦੀ ਹੈ ਵੀ ਜ਼ਿੰਦਗੀ ਕਿਹੋ ਜਿਹੀ ਜਿਉਣੀ, ਬੰਦਾ ਜਿਹੋ ਜਿਹਾ ਸਿਮਰ ਰਿਹਾ, ਜੋ ਜੋ ਉਹਦੀ ਸਿਮਰਤੀ ਦੇ ਵਿੱਚ ਚੱਲਦਾ ਹੈ, ਜੋ ਜੋ ਸੋਚਦਾ ਹੈ, ਜੋ ਜੋ ਵਿਚਾਰਦਾ ਹੈ, ਜੋ ਉਹਨੇ ਆਪਣੀ ਰਾਤ ਦਿਨ ਸੋਚ ਵਿੱਚ ਸੋਚਿਆ ਹੁੰਦਾ ਹੈ, ਉਹਦੇ ਆਧਾਰ ਤੇ ਉਹਦੀ ਜੂਨ ਬਣਦੀ ਜਾ ਰਹੀ ਹੈ, ਉਹੋ ਜਿਹਾ ਉਹਦਾ ਜੀਵਨ ਬਣਦਾ ਜਾ ਰਿਹਾ। ਮਿਸਾਲ ਦੇ ਤੌਰ ਤੇ ਜੈਸਾ ਸੇਵੈ ਤੈਸੋ ਹੋਵੇ, ਵੀ ਜਿਹੋ ਜਿਹਾ ਬੰਦਾ ਸੁਰਤ ਵਿੱਚ ਚਿਤਾਰਦਾ ਹੈ ਜਾਂ ਜਿਹੋ ਜਿਹਾ ਕੁਝ ਸੁਣ ਰਿਹਾ ਹੈ, ਉਹੋ ਜਿਹਾ ਹੀ ਉਹ ਬੰਦਾ ਹੋਈ ਜਾ ਰਿਹਾ ਹੈ। ਸਕਰੀਨ ਤੇ ਸ਼ਬਦ ਆ ਰਿਹਾ ਹੈ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵੱਲ ਵਾਲੇ ਉਤਰੇ। ਇਹਦਾ ਜਿਹੜਾ ਸੈਂਟਰ ਆਈਡੀਆ ਹੈਗਾ ਵਾ ਉਹ ਹੈਗਾ ਹੈ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਹੁਣ ਇਹ ਸ਼ਬਦ ਦੀ ਰਹਾਉ ਵਾਲੀ ਪੰਕਤੀ, ਰਹਾਉ ਵਾਲੀ ਤੁਕ। ਜਦੋਂ ਵੀ ਅਸੀਂ ਸ਼ਬਦ ਨੂੰ ਵਿਚਾਰਨਾ ਹੈ, ਸ਼ਬਦ ਨੂੰ ਸੁਣਨਾ ਹੈ, ਸ਼ਬਦ ਨੂੰ ਸਮਝਣਾ ਹੈ, ਸ਼ਬਦ ਨੂੰ ਗਾਉਣਾ ਹੈ, ਸਭ ਤੋਂ ਪਹਿਲਾਂ ਜਿਹੜਾ ਕੇਂਦਰੀ ਅੰਤਰੀਵ ਭਾਵ ਹੈ ਸ਼ਬਦ ਦਾ ਉਹ ਹੈ ਰਹਾਉ ਵਾਲਾ ਬੰਦ। ਰਹਾਉ ਦੀ ਪੰਕਤੀ ਹੈ ਅਰੀ ਬਾਈ, ਹੇ ਮੇਰੇ ਭੈਣ ਭਾਈ, ਹੇ ਮੇਰੇ ਮਿੱਤਰ ਸੱਜਣ, ਇਹ ਅਰਦਾਸ ਕਰ ਮੈਨੂੰ ਕਦੇ ਵੀ ਪ੍ਰਮਾਤਮਾ ਦਾ ਨਾਮ ਨਾ ਵਿਸਰੇ, ਨਾ ਭੁੱਲੇ, ਜੋ ਅਖੀਰ ਤੱਕ ਮੇਰਾ ਸਹਾਇਕ ਬਣਦਾ ਹੈ। ਭਾਵ ਉਸ ਸਮੇਂ ਤੱਕ ਜਦੋਂ ਮੈਂ ਬੁਰੇ ਕਰਮ ਦੀ ਪੂਰੀ ਤਿਆਰੀ ਕਰਕੇ ਬੈਠਾ ਹੁੰਦਾ, ਜਦੋਂ ਮੈਂ ਬੁਰੇ ਕਰਮ ਨੂੰ ਕਰਨ ਵਾਸਤੇ ਜਾਂ ਉਹਨੂੰ ਪ੍ਰੈਕਟੀਕਲੀ ਰੂਪ ਦੇਣ ਵਾਸਤੇ ਮੇਰਾ ਮਨ ਬਿਲਕੁਲ ਤਿਆਰ ਹੁੰਦਾ ਹੈ, ਉਹਨੂੰ ਅੰਤ ਜਾਣੀ ਅਖੀਰਲਾ ਸਮਾਂ ਆਖਿਆ ਹੁੰਦਾ, ਜਦੋਂ ਬੰਦਾ ਅਖੀਰਲੇ ਸਮੇਂ ਕਰਮ ਕਰਨ ਨੂੰ ਤੁਰ ਪੈਂਦਾ ਹੈ। ਜੇ ਮਾਲਕ ਦਾ ਨਾਮ ਪਰਮਾਤਮਾ ਵਾਹਿਗੁਰੂ ਦੇ ਗੁਣ, ਗੁਰੂ ਕੀ ਬਾਣੀ, ਗੁਰੂ ਕੀ ਵਿਚਾਰ, ਗੁਰੂ ਦੀ ਮੱਤ ਚੇਤੇ ਵਿੱਚ ਹੋਵੇਗੀ ਤੇ ਮਹਾਰਾਜ ਕਹਿੰਦੇ ਫਿਰ ਇਹਨਾਂ ਜੂਨਾਂ ਦੇ ਵਿੱਚ ਜਾਂ ਇਹਨਾਂ ਚਿੰਤਾਵਾਂ ਝੋਰਿਆਂ ਦੇ ਵਿੱਚ, ਇਹਨਾਂ ਫਿਕਰਾਂ ਦੇ ਵਿੱਚ, ਇਹਨਾਂ ਗਮਾਂ ਦੇ ਵਿੱਚ, ਇਹਨਾਂ ਸੋਗ ਦੀਆਂ ਲਹਿਰਾਂ ਵਿੱਚ ਤੂੰ ਨਹੀਂ ਡੁੱਬੇਗਾ। ਇਸ ਲਈ ਸੁਚੇਤ ਕੀਤਾ ਹੈ, ਧਿਆਨ ਦਵਾਇਆ ਹੈ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ, ਵੀ ਮਤਾਂ ਤੈਨੂੰ ਗੋਬਿੰਦ ਦਾ ਨਾਮ ਵਿਸਰ ਜਾਵੇ। ਗੋ ਦਾ ਅਰਥ ਹੁੰਦਾ ਹੈ ਸ੍ਰਿਸ਼ਟੀ ਤੇ ਬਿੰਦ ਦਾ ਅਰਥ ਹੈ ਮਾਲਕ। ਸ੍ਰਿਸ਼ਟੀ ਦਾ ਮਾਲਕ ਪ੍ਰਮਾਤਮਾ ਵਾਹਿਗੁਰੂ, ਮਤਾਂ ਤੈਨੂੰ ਕਿਧਰੇ ਵਿਸਰ ਜਾਵੇ ਇਹ ਧਿਆਨ ਰੱਖੀ। ਜੇ ਵਿਸਰ ਗਿਆ, ਵਿਸਰਨ ਤੋਂ ਬਾਅਦ ਆ ਸਾਰੀ ਜਿਹੜੀ ਸ਼ਬਦ ਦੇ ਵਿੱਚ ਡਿਟੇਲ ਦਿੱਤੀ ਹੈ, ਅੰਤਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵੱਲ ਵਾਲੇ ਉਤਰੇ। ਉਹ ਤਾਂ ਸੱਪ ਵਰਗੀ ਜੂਨ ਭੋਗ ਰਿਹਾ ਜੇ ਮਾਇਆ ਹੀ ਸਿਮਰਦਾ ਰਹਿੰਦਾ, ਉਹਨੂੰ ਚਿੰਤਾ ਹੀ ਮਾਇਆ ਦੀ ਹੈ, ਧਨ ਇਕੱਠਾ ਕਰਨ ਦੀ, ਮਾਇਆ ਇਕੱਠਾ ਕਰਨ ਦੀ। ਜੇ ਤਾਂ ਬਿਲਕੁਲ ਬੰਦਾ ਰਾਤ ਦਿਨ ਸੁਪਨਿਆਂ 'ਚ ਵੀ ਇੱਧਰ ਪਾਸੇ ਭਟਕਦਾ ਹੈ ਤੇ ਮਹਾਰਾਜ ਕਹਿੰਦੇ ਇਹਦੀ ਚਿੰਤਾ ਦੇ ਕਾਰਨ ਹੀ
ਇਹਦੀ ਚਿੰਤਾ ਹੀ ਇਹਨੂੰ ਸਰਪ ਜੂਨ ਵੱਲ ਲੈ ਕੇ ਜਾ ਰਹੀ ਹੈ। ਬਾਰ-ਬਾਰ ਬੰਦਾ ਮੁੜ ਕੇ ਉਸ ਜੂਨ ਚ ਤੁਰਿਆ ਫਿਰ ਰਿਹਾ, ਕਿਉਂਕਿ ਗੁਰਬਾਣੀ ਮਰਨ ਤੋਂ ਬਾਅਦ ਦਾ ਲਾਰਾ ਕੋਈ ਨਹੀਂ ਦਿੰਦੀ। ਪ੍ਰੈਜੈਂਟ ਸਮੇਂ ਦੇ ਵਿੱਚ ਜ਼ਿੰਦਗੀ ਨੂੰ ਕਿਵੇਂ ਜਿਉਣਾ। ਵੈਸੇ ਮੈਂ ਕਈ ਵਾਰੀ ਨਾ ਇਹ ਬੇਨਤੀ ਕਰਦਾ ਹੁੰਦਾ, ਪਿਆਰੇ ਬੱਚਿਓ, ਇਸ ਗੱਲ ਨੂੰ ਧਿਆਨ ਨਾਲ ਸਮਝਣਾ। ਸਾਨੂੰ ਸਾਡੇ ਦਾਦਿਆਂ ਪੜਦਾਦਿਆਂ ਨੇ, ਪੁਰਖਿਆਂ ਨੇ, ਮਾਤਾਵਾਂ ਨੇ, ਸਿਆਣਿਆਂ ਨੇ ਬਹੁਤ ਕੁਝ ਦੱਸਿਆ। ਉਹਦੇ ਵਿੱਚ ਇਹ ਵੀ ਦੱਸਿਆ ਕਿ ਮਰਨ ਤੋਂ ਬਾਅਦ ਬੰਦਾ ਇਸ ਜੂਨ ਵਿੱਚ ਚਲਿਆ ਜਾਂਦਾ। ਔਰ ਸਾਨੂੰ ਚਿੰਤਾ ਲੱਗ ਜਾਂਦੀ ਵੀ ਮਰਨ ਤੋਂ ਬਾਅਦ ਕਿਧਰੇ ਮੈਂ ਕਾਂ ਨਾ ਬਣ ਜਾ, ਕਿਧਰੇ ਸੂਰ ਨਾ ਬਣ ਜਾਵਾਂ, ਜਾਂ ਸਵਾਨ ਨਾ ਬਣ ਜਾਵਾਂ। ਇਹ ਵੀ ਇੱਕ ਤਰ੍ਹਾਂ ਦੀ ਚਿੰਤਾ ਹੈ ਨਾ, ਮਰਨ ਤੋਂ ਬਾਅਦ ਦੀ ਵੀ ਬੰਦੇ ਨੂੰ ਚਿੰਤਾ ਹੈ। ਜਿੰਨਾ ਅੱਜ ਧਰਮ ਦੇ ਨਾਮ ਤੇ ਬਹੁ ਗਿਣਤੀ ਲੋਕ ਦਾਨ ਪੁੰਨ ਕਰਦੇ ਨੇ ਨਾ, ਉਹ ਇਸੇ ਚਿੰਤਾ ਦੇ ਕਰਕੇ ਕਰਦੇ ਨੇ ਵੀ ਕਿਧਰੇ ਆ ਨਾ ਬਣ ਜਾਵਾਂ, ਮੈਂ ਆਹ ਦਾਨ ਦੇਵਾਂਗਾ ਸ਼ਾਇਦ ਇਸ ਜੂਨ ਤੋਂ ਬਚ ਜਾਵਾਂ। ਚਿੰਤਾ ਇਹ ਧਨ ਭੇਟ ਕਰਾਂਗਾ, ਕੱਪੜਾ ਭੇਟ ਹਾਂ ਲੋੜਵੰਦ ਨੂੰ ਦੇਣਾ ਮੁਬਾਰਕ ਹੈ, ਪਰ ਇਸ ਚਾਹਤ ਰੱਖ ਕੇ, ਇਸ ਚਾਹਤ ਦੇ ਨਾਲ ਦੇਣਾ ਕਿ ਮੈਨੂੰ ਮਰਨ ਤੋਂ ਬਾਅਦ ਮਿਲੇਗਾ, ਇਹਨੂੰ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਔਰ ਸਾਨੂੰ ਮੈਂ ਬੇਨਤੀ ਜਿਹੜੀ ਕਰਨ ਲੱਗਾ ਸੀ ਕਿ ਪੁਰਖਿਆਂ ਨੇ ਦੱਸਿਆ, ਵੱਡੇ ਵਡੇਰਿਆਂ ਨੇ ਦੱਸਿਆ, ਮਾਤਾਵਾਂ ਨੇ ਦੱਸਿਆ, ਪਰਿਵਾਰ ਵਿੱਚ ਗੱਲਾਂ ਹੋਈਆਂ ਕਿ ਮਰਨ ਤੋਂ ਬਾਅਦ ਜਿਹੜਾ ਇਸ ਜੂਨ ਵਿੱਚ ਬੰਦਾ ਚੱਲਿਆ ਜਾਂਦਾ। ਔਰ ਜੂਨ ਵਿੱਚ ਜਾ ਕੇ ਉਹਨੂੰ ਆ ਧੱਕੇ ਖਾਣੇ ਪੈਂਦੇ, ਇੱਧਰ ਇੱਧਰ ਠੋਕਰਾਂ ਖਾਣੀਆਂ ਪੈਂਦੀਆਂ। ਮਿਥਿਹਾਸ ਵਿੱਚ ਵੀ ਇਸ ਤਰ੍ਹਾਂ ਕਰ ਦਿੱਤੀ, ਹਲਚਲ ਪੈਦਾ ਕਰ ਦਿੱਤੀ। ਗੁਰਬਾਣੀ ਨੇ ਜਦੋਂ ਪ੍ਰੈਜੈਂਟ ਸਮੇਂ ਦੀ ਗੱਲ ਕੀਤੀ, ਉਸ ਵਕਤ ਮਹਾਰਾਜ ਕਹਿੰਦੇ ਜਦੋਂ ਤੈਨੂੰ ਗੋਬਿੰਦ ਦਾ ਨਾਮ ਵਿਸਰ ਗਿਆ ਨਾ, ਉਦੋਂ ਤੂੰ ਸੱਪ ਦੀ ਜੂਨ ਵਿੱਚ ਵੀ ਹੈ। ਅੰਤ ਕਾਲ ਜੋ ਲੜਕੇ ਸਿਮਰੇ, ਕਿਸੇ ਨੂੰ ਮੈਂ ਪਹਿਲਾਂ ਬੇਨਤੀ ਕੀਤੀ, ਕਿਸੇ ਨੂੰ ਔਲਾਦ ਦੀ ਚਿੰਤਾ, ਔਲਾਦ ਪਰਿਵਾਰ ਬੱਚਿਆਂ ਦੀ ਚਿੰਤਾ, ਮੇਰੇ ਪਰਿਵਾਰ ਦੇ ਵਿੱਚ ਇੰਨੇ ਬੱਚੇ ਹੋਣ, ਅਸੀਂ ਇੱਕ ਸਮਾਜ ਆਦ ਕਰਕੇ ਦੁਨੀਆ ਵੀ ਰੱਟ ਲਾਉਂਦੇ ਨੇ ਪਿਉਣ, ਠੀਕ ਹੈ, ਇੱਕ ਸਮਾਜਿਕ ਨਾਤਾ ਹੈ, ਪਰ ਬਹੁ ਗਿਣਤੀ ਦਾ ਇਹਨੂੰ ਸਿਮਰਨਾ ਮਹਾਰਾਜ ਕਹਿੰਦੇ ਇਹ ਇੱਕ ਤਰ੍ਹਾਂ ਦੀ ਸੂਰ ਦੀ ਜੂਨ ਵਿੱਚ ਹੀ ਬੰਦਾ ਤੁਰਿਆ ਫਿਰਦਾ, ਸੂਰ ਦੀ ਜੂਨ ਵਿੱਚ, ਕਿਉਂਕਿ ਉਹ ਤੇ ਬਹੁਤ ਬੱਚੇ ਹੁੰਦੇ ਨੇ ਸੂਰ ਦੇ। ਆਪਾਂ ਬੇਨਤੀ ਕਰ ਰਹੇ ਸੀ, ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਸ਼ੁਕਰ ਜੂਨ ਵਲ ਵਾਲਿਆ ਉਤਰੇ। ਵਲ ਦਾ ਅਰਥ ਹੈ ਮੁੜ ਮੁੜ ਕੇ, ਜਾਣੀ ਕਿ ਉਹ ਰਾਤ ਦਿਨ ਹੀ ਉਸੇ ਜੂਨ ਵਿੱਚ ਤੁਰਿਆ ਫਿਰਦਾ ਹੈ, ਰਾਤ ਦਿਨ ਸੂਰ ਦੀ ਜੂਨ ਵਿੱਚ ਘੁੰਮਦਾ ਹੈ। ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ। ਹੁਣ ਇਹ ਚਿੰਤਾ ਕਰਨ ਤੋਂ ਸਾਨੂੰ ਰੋਕਿਆ ਗਿਆ ਕਿ ਨਾਨਕ ਚਿੰਤਾ ਮਤ ਕਰੇ, ਚਿੰਤਾ ਤੇ ਸਹੀ ਹੈ। ਇੱਕ ਬਾਣੀ ਦਾ ਬਚਨ ਜਿੱਥੋਂ ਸਾਨੂੰ ਥੋੜੀ ਜਿਹੀ ਹੋਰ ਇਹ ਗੱਲ ਕਲੀਅਰ ਹੋਵੇਗੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜ਼ਿਕਰ ਆਉਂਦਾ, ਨਾ ਕਰ ਚਿੰਤ ਚਿੰਤਾ ਹੈ ਕਰਤੇ। ਤੂੰ ਚਿੰਤਾ ਨਾ ਕਰ, ਤੇਰੀ ਚਿੰਤਾ ਕਰਤੇ ਨੂੰ ਹੈ। ਬੰਦਿਆ ਤੂੰ ਚਿੰਤਾ ਨਾ ਕਰ, ਤੇਰੀ ਚਿੰਤਾ ਕਰਤੇ ਨੂੰ ਹੈ। ਵੈਸੇ ਜਦੋਂ ਥੋੜੀ ਜਿਹੀ ਸੁਰਤ ਸੰਭਾਲਦਾ ਬੰਦਾ, ਉਦੋਂ ਚਿੰਤਾ ਕਰਦਾ, ਉਦੋਂ ਆਰੰਭ ਕਰਦਾ ਚਿੰਤਾ। ਬਚਪਨ ਵਿੱਚ ਕੋਈ ਚਿੰਤਾ ਨਹੀਂ ਹੈ, ਮਿਲ ਗਿਆ ਹੈ, ਜਨਮ ਮਿਲ ਗਿਆ ਹੈ, ਖਾਣ ਲਈ ਮਿਲ ਗਿਆ ਕੁਝ, ਉਹ ਖਾ ਲਿਆ, ਨਹੀਂ ਮਿਲਿਆ ਤੇ ਤਾਂ ਵੀ ਕੋਈ ਗੱਲ ਨਹੀਂ, ਮਰਜ਼ੀ ਕੋਈ ਨਹੀਂ ਹੈ। ਕੱਪੜਾ ਪਹਿਨਣ ਲਈ ਕਿਸ ਕਲਰ ਦਾ, ਕਿਸ ਰੰਗ ਦਾ ਮਾਂ ਨੇ ਲੈ ਕੇ ਪਾ ਦਿੱਤਾ, ਕੋਈ ਪ੍ਰੋਬਲਮ ਨਹੀਂ। ਕਿਹੋ ਜਿਹਾ ਥੱਲੇ ਬੈੱਡ ਹੈ, ਕੋਈ ਪ੍ਰੋਬਲਮ ਨਹੀਂ। ਕਿਹੋ ਜਿਹਾ ਖਾਣ ਲਈ ਮਾਂ ਨੇ ਦੇ ਦਿੱਤਾ, ਕੋਈ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ। ਪਰ ਚਿੰਤਾ ਕਦੋਂ ਸ਼ੁਰੂ ਹੋਈ? ਜਿਸ ਦਿਨ ਬੰਦਾ ਆਪਣੀ ਸੁਰਤ ਸੰਭਾਲਦਾ ਹੈ, ਉਸ ਦਿਨ ਤੋਂ ਉਹਨੂੰ ਚਿੰਤਾ ਹੁੰਦੀ ਹੈ। ਕੱਪੜਾ ਵੀ ਪਾਉਂਦਾ ਕਿ ਮੈਨੂੰ ਲੋਕ ਨਾ ਕਹਿਣ ਵੀ ਇਹਦੇ ਤਨ ਤੇ ਪਾਇਆ ਕੱਪੜਾ ਸੋਹਣਾ ਨਹੀਂ, ਚੰਗੇ ਕਲਰ ਦਾ ਨਹੀਂ ਹੈ, ਵਧੀਆ ਕੁਆਲਿਟੀ ਦਾ ਨਹੀਂ ਹੈ, ਮਹਿੰਗਾ ਨਹੀਂ ਹੈ, ਸਸਤਾ ਪਾ ਕੇ ਤੁਰਿਆ ਫਿਰਦਾ। ਹੁਣ ਇਹ ਵੀ ਤਾਂ ਚਿੰਤਾ ਹੈ ਨਾ। ਬੰਦੇ ਨੂੰ ਇੰਨੀ ਚਿੰਤਾ ਆਪਣੀ ਨਹੀਂ ਹੈ, ਲੋਕਾਂ ਦੀ ਵੱਧ ਚਿੰਤਾ ਕਰਦਾ ਵੀ ਮੈਨੂੰ ਲੋਕ ਕਹਿਣਗੇ, ਲੋਕਾਂ ਨੇ ਮੈਨੂੰ ਆਹ ਕਹਿਣਾ ਹੈ, ਲੋਕ ਕਹਿਣਗੇ ਵੀ ਇਹਦੇ ਘਰ
ਘਰ ਨਹੀਂ ਸੋਹਣਾ, ਲੋਕ ਕਹਿਣਗੇ ਇਹਦੀ ਔਲਾਦ ਨਹੀਂ ਚੰਗੀ, ਲੋਕ ਕਹਿਣਗੇ ਇਹਦਾ ਪਰਿਵਾਰ ਨਹੀਂ ਠੀਕ, ਲੋਕ ਕਹਿਣਗੇ ਇਹਦੇ ਤਨ ਤੇ ਕੱਪੜਾ ਸਹੀ ਨਹੀਂ ਹੈ। ਇਹ ਇੱਕ ਤਰ੍ਹਾਂ ਦੀ ਚਿੰਤਾ ਚੁੱਕ ਕੇ ਤੁਰਿਆ ਫਿਰਦਾ। ਇਸ ਚਿੰਤਾ ਦੇ ਵਿੱਚ ਗਰਸਿਆ ਹੋਇਆ ਹੀ ਬੰਦਾ ਭੱਜਾ ਫਿਰਦਾ ਰਾਤ ਦਿਨ, ਇਹਨਾਂ ਚਿੰਤਾਵਾਂ ਦੇ ਵਿੱਚ, ਇਹਨਾਂ ਜੂਨਾਂ ਦੇ ਵਿੱਚ ਭਟਕਦਾ ਹੋਇਆ। ਤੇ ਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਲੋਕ ਰਾਹੀਂ ਆਖਿਆ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਨ ਤਿਨਾ ਭੇ ਰੋਜੀ ਦੇ। ਹੁਣ ਇਹ ਇੱਕ ਤਰ੍ਹਾਂ ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਜਿਹੜੀ ਹੈ ਦਲੀਲ ਦਿੱਤੀ ਹੈ ਸਾਨੂੰ, ਵੀ ਵੇਖ ਭਾਈ, ਜਲ ਦੇ ਵਿੱਚ, ਪਾਣੀ ਦੇ ਵਿੱਚ ਰਹਿਣ ਵਾਲੇ ਵੀ ਜੀਵ ਜਿਹੜੇ ਉਹਨੇ ਪੈਦਾ ਕੀਤੇ ਨੇ, ਔਰ ਉਹਨਾਂ ਜੀਵਾਂ ਨੂੰ ਵੀ ਭੋਜਨ ਮਿਲ ਰਿਹਾ ਹੈ। ਤੂੰ ਕਿਉਂ ਇੰਨੀ ਚਿੰਤਾ ਵਿੱਚ? ਕਦੇ ਵੇਖਿਆ ਵੀ ਮੱਛੀ ਨੇ ਧਨ ਜੋੜਿਆ ਹੋਵੇ ਤੇ ਮੱਛੀ ਨੇ ਆਖਿਆ ਹੋਵੇ ਕਿ ਮੈਂ ਆਉਣ ਵਾਲੀਆਂ 3 ਪੀੜ੍ਹੀਆਂ ਦੇ ਲਈ ਵੀ ਇਕੱਠਾ ਕਰਕੇ ਜਾਣਾ? ਕਿਧਰੇ ਕਿਸੇ ਪਸ਼ੂ ਨੇ ਇਹ ਆਖਿਆ ਹੋਵੇ ਵੀ ਮੈਂ ਆਪਣੇ ਬੱਚਿਆਂ ਲਈ 3 ਪੀੜ੍ਹੀਆਂ ਦੇ ਲਈ ਇਕੱਠਾ ਕਰਕੇ ਜਾਣਾ? ਪਰ ਕੌਣ ਹੈ ਇਹ ਗੱਲ ਕਹਿੰਦਾ? ਕੌਣ ਹੈ? ਕੇਵਲ ਤੇ ਕੇਵਲ ਮਨੁੱਖ ਹੀ ਕਹਿੰਦਾ ਹੈ, ਤੇ ਮਨੁੱਖ ਹੀ ਕਰਦਾ ਹੈ। ਰਾਤ ਦਿਨ ਦੀ ਇਹਦੀ ਭਟਕਣਾ ਇਹਨੂੰ ਜ਼ਿੰਦਗੀ ਦੇ ਅਸਲੀ ਨਿਸ਼ਾਨੇ ਤੋਂ ਭਟਕਾ ਦਿੰਦੀ, ਇਹਨੂੰ ਜ਼ਿੰਦਗੀ ਦਾ ਮਕਸਦ ਹੀ ਭੁੱਲ ਜਾਂਦਾ ਹੈ। ਇਹਨੂੰ ਉਹ ਬਚਨ ਭੁੱਲ ਜਾਂਦਾ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ। ਅਵਰ ਕਾਜ ਦੇ ਵਿੱਚ ਕੀ ਹੈ? ਇਹੀ ਤੇ ਅਵਰ ਕਾਜ ਜਿਹੜੀ ਚਿੰਤਾ ਕਰਦਾ, ਇਹੀ ਤੇ ਅਵਰ ਕਾਜ ਆਖਿਆ। ਹੁਣ ਕੰਮ ਛੱਡਣ ਵਾਸਤੇ ਨਹੀਂ ਬਾਣੀ ਨੇ ਆਖਿਆ ਵੀ ਕੰਮ ਛੱਡ ਕੇ ਤੂੰ ਬੈਠ ਜਾ। ਚਿੰਤਾ ਛੱਡਣ ਲਈ ਆਖਿਆ, ਹੰਕਾਰ ਛੱਡਣ ਲਈ ਆਖਿਆ, ਹਉਮੈ ਛੱਡਣ ਲਈ ਆਖਿਆ, ਬੁਰੇ ਕਰਮ ਛੱਡਣ ਲਈ ਆਖਿਆ, ਅਵਗੁਣਾਂ ਨੂੰ ਛੱਡਣ ਲਈ ਆਖਿਆ, ਵਿਸ਼ੇ ਵਿਕਾਰਾਂ ਨੂੰ ਛੱਡਣ ਦੇ ਲਈ ਆਖਿਆ, ਸੋਹਣਾ ਜੀਵਨ ਬਣਾਉਣ ਦੇ ਲਈ ਬਾਣੀ ਨੇ ਆਖਿਆ। ਤੋ ਜਿਹੜੀ ਇਹਨੂੰ ਅਵਰ ਕਾਜ ਆਖਿਆ, ਉਹ ਹਰ ਕਰਮ ਜਿਹੜਾ ਅਵਰ ਕਾਜ ਹੈ, ਜਿਹੜਾ ਸਾਡੀ ਤੇ ਪ੍ਰਮਾਤਮਾ ਦੀ ਦੂਰੀ ਬਣਾ ਦੇਵੇ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਬਚਨ ਬਾਣੀ ਦਾ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਮੈਂ ਕਿਰਤ ਕਰਕੇ, ਆਪਣੇ ਕਰਮਾਂ ਕਰਕੇ, ਮੇਰੇ ਜਿਹੜੇ ਕਰਮ ਸੀ ਉਹ ਚੰਗੇ ਨਹੀਂ ਸੀ। ਵੈਸੇ ਕਰਮ ਦਾ ਅਰਥ ਇਹ ਨਹੀਂ ਹੁੰਦਾ ਵੀ ਜਿਹੜੇ ਮੇਰੇ ਪਹਿਲਾਂ ਦੇ ਮਾੜੇ ਕਰਮ ਸੀ ਉਹਨਾਂ ਕਰਕੇ। ਕਰਮ ਦਾ ਅਰਥ ਹੁੰਦਾ ਸਾਡੀ ਸੋਚ ਨਾਲ ਕੀਤਾ ਕੰਮ ਤੇ ਸਾਡੇ ਹੱਥਾਂ ਦੁਆਰਾ ਕੀਤਾ ਕੰਮ। ਸਾਡੇ ਮਾਈਂਡ ਨੇ ਜੋ ਸੋਚਿਆ ਉਹ ਹੱਥਾਂ ਨੇ ਕੀਤਾ, ਉਹਨੂੰ ਕਰਮ ਆਖਿਆ ਜਾਂਦਾ ਹੈ। ਔਰ ਉਹਨਾਂ ਕਰਮਾਂ ਕਰਕੇ, ਉਸ ਕਿਰਤ ਕਰਕੇ ਬੰਦਾ ਵਿਛੜ ਜਾਂਦਾ ਹੈ, ਦੂਰੀ ਪਾ ਲੈਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਸ਼ਲੋਕ ਰਾਹੀਂ ਅਵਰ ਕਾਜ ਛੱਡ ਕੇ ਤੇ ਸਾਨੂੰ ਚਿੰਤਾਵਾਂ ਝੋਰਿਆਂ ਤੋਂ ਮੁਕਤ ਹੋਣ ਦੇ ਲਈ ਦਲੀਲ ਦਿੱਤੀ ਹੈ ਵੀ ਵੇਖ, ਜਲ ਵਿੱਚ ਰਹਿਣ ਵਾਲੇ ਜਿਹੜੇ ਜੀਵ ਨੇ ਉਹਨਾਂ ਨੂੰ ਵੀ ਰੋਜੀ ਤਾਂ ਮਿਲਦੀ ਹੈ, ਰੋਜੀ ਤਾਂ ਉਹਨਾਂ ਨੂੰ ਵੀ ਮਿਲ ਰਹੀ ਹੈ, ਰੋਟੀ ਤਾਂ ਉਹਨਾਂ ਨੂੰ ਵੀ ਖਾਣ ਵਾਸਤੇ ਮਿਲ ਰਹੀ ਹੈ। ਜਲ ਮੈਂ ਜੰਤ ਉਪਾਇਨ ਤਿਨਾ ਬੇਰੋਜੀ ਦੇ, ਉੱਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ। ਪਾਣੀ ਵਿੱਚ ਕੋਈ ਦੁਕਾਨ ਨਹੀਂ ਚੱਲਦੀ, ਪਾਣੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਪਸ਼ੂ ਪੰਛੀ ਕੀੜਾ ਮਕੌੜਾ ਕੋਈ ਦੁਕਾਨ ਨਹੀਂ ਬਣਾ ਕੇ ਬੈਠਾ। ਦੁਕਾਨਾਂ ਤਾਂ ਕੇਵਲ ਮਨੁੱਖ ਨੇ ਬਣਾਈਆਂ, ਚਾਹੇ ਉਹ ਸਮਾਜ ਵਿੱਚ ਤੇ ਚਾਹੇ ਉਹ ਧਰਮ ਦੇ ਨਾਂ ਤੇ, ਕਿਸੇ ਵੀ ਰੂਪ ਚ ਤੱਕ ਸਕਦੇ ਹਾਂ ਅਸੀਂ। ਜਲ ਮੈਂ ਜੰਤ ਉਪਾਇਨ ਤਿਨਾ ਭੀ ਰੋਜੀ ਦੇ, ਉਹਨੇ ਪਾਣੀ ਚ ਜੀਵ ਵੀ ਪੈਦਾ ਕੀਤੇ ਤੇ ਉਹਨਾਂ ਦਾ ਰਿਜ਼ਕ ਵੀ ਪੈਦਾ ਕੀਤਾ। ਉੱਥੇ ਹੱਟ ਨਾ ਚਲਾਈ, ਉੱਥੇ ਕਿਸੇ ਤਰ੍ਹਾਂ ਦੀ ਕੋਈ ਹੱਟੀ ਨਹੀਂ ਚੱਲਦੀ, ਨਾ ਕੋ ਕਿਰਸ ਕਰੇ, ਨਾ ਉੱਥੇ ਕੋਈ ਕਿਸੇ ਤਰ੍ਹਾਂ ਦੀ ਵਾਹੀ ਜੋਤੀ ਦਾ ਕੰਮ ਹੈ। ਵਾਹੀ ਜੋਤੀ ਦਾ ਮੀਨਿੰਗ ਖੇਤੀਬਾੜੀ ਦਾ ਕੰਮ, ਕੋਈ ਦੁਕਾਨ ਦਾ ਕੰਮ, ਕੋਈ ਵਪਾਰ ਦਾ ਕੰਮ, ਏਦਾਂ ਦਾ ਕੁਝ ਨਹੀਂ। ਜੇ ਏਡੀ ਵੱਡੀ ਉਹ ਵੈਲ ਪਾਵਰ ਪ੍ਰਮਾਤਮਾ ਵਾਹਿਗੁਰੂ ਸੁਪਰ ਪਾਵਰ, ਦੁਨੀਆ ਦੀ ਸੁਪਰੀਮ ਪਾਵਰ ਜਿਹੜੀ ਹੈ, ਪਾਣੀ ਵਿੱਚ ਰਹਿਣ ਵਾਲਿਆਂ ਨੂੰ, ਧਰਤੀ ਤੇ ਰਹਿਣ ਵਾਲਿਆਂ ਨੂੰ, ਹਵਾ 'ਚ ਰਹਿਣ ਵਾਲਿਆਂ ਨੂੰ, ਸਾਰੇ ਜੀਵਾਂ ਨੂੰ ਰਿਜ਼ਕ ਦੇ ਸਕਦਾ ਹੈ। ਪਰ ਬੰਦਿਆ ਤੂੰ ਬੇਵਿਸ਼ਵਾਸੀ ਲੈ ਕੇ ਕਿਉਂ ਜੂ ਰਿਹਾ? ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ, ਨਾ ਉੱਥੇ ਕੋਈ ਹੱਟੀ ਚੱਲਦੀ ਹੈ, ਨਾ ਉੱਥੇ ਕੋਈ ਕਿਸੇ ਤਰ੍ਹਾਂ ਦਾ ਲੈਣ ਦੇਣ ਹੋ ਰਿਹਾ ਹੈ, ਨਾ ਕੋਈ ਵਪਾਰ ਚੱਲ ਰਿਹਾ। ਬਸ ਨਾਲੇ ਵੀ ਦੱਸ ਦਿੱਤਾ ਵੀ ਜੀਆਂ ਕਾ ਆਹਾਰ ਜੀ, ਜੀਆਂ ਦਾ ਖਾਣਾ ਵੀ ਜੀ। ਉੱਥੇ ਜੀਆਂ ਦਾ ਜਿਹੜਾ ਖਾਣਾ ਹੈ, ਆਹਾਰ ਦਾ ਅਰਥ ਹੁੰਦਾ ਭੋਜਨ, ਖੁਰਾਕ, ਡਾਈਟ। ਜੀਵਾਂ ਦਾ ਜੀਵ ਹੀ ਖਾਣਾ ਨੇ। ਜਿਵੇਂ ਵੱਡੇ ਵੱਡੇ ਜੀਵ ਜਿਹੜੇ ਨੇ, ਉਹ ਸਤਿਗੁਰੂ ਦਾ ਇੱਕ ਸਮਝਾਉਣ ਦਾ ਬੜਾ ਸੁੰਦਰ ਤਰੀਕਾ ਹੈ। ਔਰ ਉਹਨਾਂ ਵਿੱਚ ਕੋਈ ਵੀ ਇਹ ਚਿੰਤਾ ਨਹੀਂ ਕਰਦਾ
ਕਿਸੇ ਨੂੰ ਔਲਾਦ ਦੀ ਚਿੰਤਾ ਨਹੀਂ ਵੀ ਮੇਰੀ ਔਲਾਦ ਇੰਨੀ ਹੋਣੀ ਚਾਹੀਦੀ, ਕਿਸੇ ਨੂੰ ਇਹ ਚਿੰਤਾ ਨਹੀਂ ਵੀ ਮੇਰਾ ਘਰ ਸੋਹਣਾ ਹੋਣਾ ਚਾਹੀਦਾ, ਕਿਸੇ ਨੂੰ ਇਹ ਚਿੰਤਾ ਨਹੀਂ ਵੀ ਖਾਣਾ ਕਿੱਥੋਂ ਹੈ, ਕਿਸੇ ਨੂੰ ਇਹ ਚਿੰਤਾ ਨਹੀਂ ਵੀ ਪਹਿਨਣਾ ਕਿਹੋ ਜਿਹਾ। ਇਹ ਚਿੰਤਾ ਕਿਹਨੂੰ ਹੈ? ਕੇਵਲ ਮਨੁੱਖ। ਅਸੀਂ ਆਪਾਂ ਹੁਣ ਥੋੜਾ ਜਿਹਾ ਸਮਾਜ ਵੱਲ ਨੂੰ ਵੇਖੀਏ, ਇਹਦਾ ਵਿਸਤਾਰ ਕਰਾਂਗਾ ਮੈਂ ਥੋੜਾ ਜਿਹਾ। ਸਾਡੀ ਕੋਲ 2 ਮੰਜ਼ਲੀ ਕੋਠੀ ਬਣੀ ਹੈ, ਪਰ ਸਾਡੇ ਗੁਆਂਢੀ ਦੀ 3 ਮੰਜ਼ਲੀ ਬਣਨੀ। ਸਾਨੂੰ ਇਹ ਚਿੰਤਾ ਬਾਰ-ਬਾਰ ਸਤਾਈ ਜਾ ਰਹੀ। ਸਾਨੂੰ ਇਹ ਨਹੀਂ, ਸ਼ੁਕਰ ਨਹੀਂ ਹੈਗਾ ਵੀ ਸਾਡੇ ਕੋਲ 2 ਮੰਜ਼ਲੀ ਹੈ, ਸੋਹਣਾ ਘਰ ਬਣਿਆ। ਸਾਨੂੰ ਇਹ ਵੀ ਫਿਕਰ ਨਹੀਂ ਹੈ ਵੀ ਸਾਡੇ ਗੁਆਂਢੀ ਦੇ ਕੋਲ 1 ਮੰਜ਼ਲੀ, ਪਰ ਸਾਨੂੰ ਚਿੰਤਾ ਇਹ ਹੈ ਵੀ ਸਾਡੇ ਦੂਜੇ ਪਾਸੇ ਜਿਹੜਾ ਗੁਆਂਢੀ ਉਹਦੇ ਕੋਲ 3 ਮੰਜ਼ਲੀ ਹੈ। ਇਹ ਚਿੰਤਾ ਹੈ। ਮੈਨੂੰ ਇਹ ਚਿੰਤਾ ਨਹੀਂ ਹੈ ਕਿ ਇਸ ਵਾਰੀ ਮੈਂ ਸਕੂਲ ਵਿੱਚ ਆਪਣੀ ਕਲਾਸ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਨਹੀਂ ਹੋਇਆ। ਮੈਨੂੰ ਤਾਂ ਇਹ ਚਿੰਤਾ ਹੈ ਕਿ ਮੇਰੇ ਨਾਲ ਦਾ ਸਟੂਡੈਂਟ ਮੇਰੇ ਨਾਲ ਹੀ ਡੈਸਕ ਤੇ ਬੈਠਦਾ ਸੀ, ਉਹਦੇ ਇੰਨੇ ਨੰਬਰ ਕਿਉਂ ਆ ਗਏ, ਇੰਨੇ ਨੰਬਰ ਲੈ ਕੇ ਪਾਸ ਕਿਵੇਂ ਹੋ ਗਿਆ। ਮੈਨੂੰ ਤਾਂ ਇਹੀ ਚਿੰਤਾ ਸਤਾਈ ਜਾ ਰਹੀ ਹੈ। ਬੰਦਾ ਦੁਨੀਆ ਵਿੱਚ ਰਹਿੰਦਿਆਂ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਹੈ। ਬੰਦਾ ਦੂਜਿਆਂ ਦੇ ਸੁੱਖ ਵੇਖ ਕੇ ਦੁਖੀ ਹੁੰਦਾ ਹੈ, ਦੂਜਿਆਂ ਦੇ ਸੁੱਖ ਵੇਖ ਵੇਖ ਕੇ ਦੁਖੀ ਹੁੰਦਾ। ਮਹਾਰਾਜ ਕਹਿੰਦੇ ਚਿੰਤਾ ਨਾ ਕਰ, ਚੇਤਾ ਕਰ। ਚਿੰਤਾ ਕਰਨ ਲਈ ਨਹੀਂ ਆਖਿਆ, ਚੇਤਾ ਕਰਨ ਲਈ ਆਖਿਆ। ਜਿਨਨੇ ਰਿਜ਼ਕ ਦੇ ਕੇ ਪੈਦਾ ਕਰਕੇ ਭੇਜਿਆ ਨਾ, ਉਹਦਾ ਚੇਤਾ ਕਰ, ਉਹਨੂੰ ਯਾਦ ਕਰ, ਉਹਨੂੰ ਸਿਮਰ। ਕਿਤਨਾ ਪਿਆਰਾ ਬਚਨ ਮੈਂ ਸਾਂਝਾ ਕਰ ਰਿਹਾ ਸੀ ਬਾਣੀ ਦਾ। ਅਵਰ ਕਾਜ ਤੇਰਾ ਕਿਤੇ ਨਾ ਕਾਮ। ਹੁਣ ਜਿਹੜਾ ਅਸਲੀ ਕੰਮ ਹੈ ਸਾਡਾ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਜ ਕੇਵਲ ਨਾਮ, ਉਹਦੇ ਨਾਮ ਨੂੰ ਗ੍ਰਹਿਣ ਕਰ, ਉਹਨੂੰ ਚੇਤੇ ਕਰ, ਉਹਨੂੰ ਚਿੱਤ ਵਿੱਚ ਟਿਕਾ, ਤਾਂ ਹੀ ਅਸਲੀਅਤ ਵਿੱਚ ਤੇਰਾ ਜਿਹੜਾ ਉਹ ਪਾਰ ਉਤਾਰਾ ਹੋਵੇ। ਤੋ ਇਸ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ। ਮਹਾਰਾਜ ਕਹਿੰਦੇ ਜੇਕਰ ਤੂੰ ਚਿੰਤਾ ਦੇ ਵਿੱਚ ਹੀ ਗ੍ਰਸਿਆ ਰਿਓ, ਜੇ ਤੂੰ ਚਿੰਤਾ ਦੇ ਵਿੱਚ ਹੀ ਤੁਰਿਆ ਫਿਰਦਾ ਰਿਓ, ਤਾਂ ਫਿਰ ਆਹ ਵਾਲੀਆਂ ਜਿਹੜੀਆਂ ਜੂਨਾਂ ਭਗਤ ਤਲੋਚਨ ਜੀ ਨੇ ਸਾਨੂੰ ਸਾਰੀ ਡਿਟੇਲ ਦੱਸੀ ਹੈ। ਜਿੰਨਾ ਕੁਝ ਉਹਨਾਂ ਬਿਆਨ ਕੀਤਾ ਵੀ ਸ਼ੂਕਰ ਜੂਨ ਵੱਲ ਵੱਲ ਉਤਰੇ, ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੂਨ ਵੱਲ ਵੱਲ ਉਤਰੇ। ਫਿਰ ਤਾਂ ਤੂੰ ਕਹਿੰਦੇ ਪ੍ਰੇਤ ਜੂਨ ਚ ਤੁਰਿਆ ਫਿਰਦਾ। ਪ੍ਰੈਜੈਂਟ ਸਮੇਂ ਤੂੰ ਪ੍ਰੇਤ ਬਣਿਆ ਹੈ, ਕਿਉਂਕਿ ਤੇਰਾ ਧਿਆਨ, ਤੇਰੀ ਭਟਕਣਾ, ਤੇਰੀ ਸੋਚ, ਤੇਰੀ ਰਾਤ ਦਿਨ ਦੀ ਇਹ ਚਿੰਤਾ ਬਣੀ ਹੋਈ ਹੈ ਕਿ ਮੇਰਾ ਘਰ ਵੱਡਾ ਹੋਵੇ। ਵੈਸੇ ਇੱਕ ਗੱਲ ਹੋਰ ਸਾਰੇ ਸਰੋਤਿਆਂ ਨਾਲ, ਸਾਰੀ ਸੰਗਤ ਨਾਲ ਸਾਂਝੀ ਕਰਦੇ। ਘਰ ਲੱਕੜੀ ਦੇ ਨਹੀਂ ਬਣਦੇ, ਇਹ ਤੇ ਸਰੀਏ ਦੇ ਨਹੀਂ ਬਣਦੇ ਨੇ, ਉਹ ਸਨੇਹ ਨਾਲ ਬਣਦੇ ਨੇ ਤੇ ਪਿਆਰ ਨਾਲ ਬਣਦੇ। ਇੱਕ ਘਰ ਵਿੱਚ ਰਹਿਣ ਵਾਲਾ ਵਿਅਕਤੀ ਰਾਤ ਦਿਨ ਕਲੇ ਕਰਦਾ ਹੈ, ਲੜਾਈ ਕਰਦਾ ਹੈ, ਔਰ ਉਸੇ ਘਰ ਵਿੱਚ ਕੋਈ ਗੁਰਮੁਖ ਆ ਜਾਵੇ ਤੇ ਉਸੇ ਘਰ ਦੀ ਕਾਇਆ ਕਲਪ ਹੋ ਜਾਂਦੀ। ਉਹੀ ਘਰ ਜਿਹੜਾ ਸੱਚਖੰਡ ਬਣ ਜਾਂਦਾ। ਇਹਦਾ ਅਰਥ ਬੰਦੇ ਦੀ ਸਾਈਕੀ, ਬੰਦੇ ਦੀ ਸੋਚ ਤੇ ਹੀ ਸਭ ਕੁਝ ਡਿਪੈਂਡ ਕਰਦਾ ਹੈ, ਨਾ ਕਿ ਇਹਨਾਂ ਇੱਟਾਂ, ਬਜਰੀ, ਸੀਮੈਂਟ, ਰੋੜੀ ਦੇ ਬਣੇ ਹੋਏ ਘਰਾਂ ਤੇ ਡਿਪੈਂਡ ਨਹੀਂ ਕਰਦਾ। ਇਹ ਤਾਂ ਇੱਕ ਰਹਿਣ ਬਸੇਰਾ ਹੁੰਦਾ। ਇਹ ਤਾਂ ਇੱਕ ਅਸੀਂ ਆਪਣਾ ਸਿਰ ਲੁਕਾਵਾ, ਆਪਣੀ ਲੋੜ ਜਿਹੜੀ ਹੈ ਪੂਰੀ ਕਰ ਰਹੇ ਹਾਂ। ਗੁਨਾਹ ਇਹਨਾਂ ਦੀ ਹੁੰਦਾ। ਇਸੇ ਤਰ੍ਹਾਂ ਗੁਨਾਹ ਬੰਦੇ ਦੀ ਸੋਚ ਦਾ ਹੁੰਦਾ। ਮਹਾਰਾਜ ਕਹਿੰਦੇ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਵੱਲ ਵਾਲੇ ਹੋਤਾ। ਅਖੀਰਲੀ ਤੁਕ ਚ ਜਿਹੜਾ ਭਗਤ ਤਲੋਚਨ ਜੀ ਨੇ ਬਚਨ ਕੀਤਾ ਹੈ ਨਾ, ਉਹ ਕਹਿੰਦੇ ਅੰਤਕਾਲ ਨਾਰਾਇਣ ਸਿਮਰੇ। ਨਾਰਾਇਣ ਕਹਿੰਦੇ ਨੇ ਸ੍ਰਿਸ਼ਟੀ ਦੇ ਮਾਲਕ ਪ੍ਰਮਾਤਮਾ ਵਾਹਿਗੁਰੂ। ਬੜੇ ਨਾਮ ਆਏ ਨੇ ਬਾਣੀ ਵਿੱਚ, ਮਾਧੋ ਆਖਿਆ, ਬੀਠਲ ਆਖਿਆ, ਮੁਰਾਰੀ ਆਖਿਆ, ਬੜੇ ਨਾਮ ਆਏ ਨੇ। ਤੋ ਅੰਤਕਾਲ ਨਾਰਾਇਣ ਸਿਮਰੇ। ਅੰਤਕਾਲ ਉਹ ਸਮਾਂ ਜਦੋਂ ਬੁਰੇ ਕਰਮ ਕਰਨ ਲਈ ਬੰਦਾ ਬਿਲਕੁਲ ਤਿਆਰੀ ਕਰ ਲੈਂਦਾ ਹੈ, ਤਿਆਰੀ ਚ ਹੋ ਜਾਂਦਾ ਹੈ, ਪੂਰੀ ਤਿਆਰੀ ਚ ਹੋ ਜਾਂਦਾ। ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਬਦਤ ਤਲੋਚਨ ਤੇ ਨਰ ਮੁਕਤਾ। ਬਦਤ ਦਾ ਅਰਥ ਹੁੰਦਾ ਹੈ ਬੇਨਤੀ ਕਰਨ ਵਾਲਾ, ਉਹ ਬਿਨੋ ਕਰਨ ਵਾਲਾ। ਬਦਤ ਤਲੋਚਨ ਤੇ ਨਰ ਮੁਕਤਾ। ਨਰ ਦਾ ਅਰਥ ਹੁੰਦਾ ਮਨੁੱਖ, ਮੁਕਤਾ ਦਾ ਅਰਥ ਹੁੰਦਾ ਉਹਦੀ ਬੰਦ ਖਲਾਸੀ ਹੋ ਜਾਂਦੀ ਹੈ। ਬੰਦ ਖਲਾਸੀ ਭਾਣੇ ਹੋਏ, ਜਿਹੜਾ ਭਾਣੇ ਚ ਚੱਲਣ ਵਾਲਾ, ਜਿਹੜਾ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ, ਜਿਹੜਾ ਉਹਦੇ ਪੈਰਾਂ ਨਾਲ ਉਹਦੇ ਚਰਨਾਂ ਦਾ ਭੌਰਾ ਬਣ ਜਾਂਦਾ।
ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੇ ਬਸੈ। ਉਹਦੇ ਹਿਰਦੇ ਘਰ ਵਿੱਚ ਪਰਮਾਤਮਾ ਵਾਹਿਗੁਰੂ ਮਾਲਕ ਦਾ ਵਾਸਾ ਹੁੰਦਾ ਹੈ, ਜਿਹੜਾ ਅੰਤਕਾਲ ਨਾਰਾਇਣ ਸਿਮਰੇ, ਜਿਹੜਾ ਇਸ ਚਿੰਤਾ ਦੇ ਵਿੱਚ ਰਹਿੰਦਾ, ਜਿਹੜਾ ਇਸ ਵਿੱਚ ਰਹਿੰਦਾ ਹੈ ਵੀ ਮੈਂ ਤਾਂ ਮਾਲਕ ਤੋਂ ਬਿਨਾਂ ਕਿਸੇ ਹੋਰ ਨੂੰ ਯਾਦ ਨਹੀਂ ਕਰਦਾ, ਬਾਕੀ ਸਭ ਕੁਝ ਤਿਆਗ ਕੇ ਜਿੰਨੀ ਇੱਧਰ ਉੱਧਰ ਦੀ ਭਟਕ ਗੱਲ ਸਾਡੇ ਸਾਹਮਣੇ ਦੌੜ ਭੱਜ ਵਧੀ ਹੋਈ ਹੈ ਨਾ, ਉਹਦਾ ਮੂਲ ਕਾਰਨ ਹੀ ਇਹ ਤੇ ਲਾਲਸਾਵਾਂ ਲੋੜਾਂ ਵਧਾ ਲਈਆਂ, ਜਿਨ੍ਹਾਂ ਕਰਕੇ ਅੱਜ ਬੰਦਾ ਹਰ ਬੰਦਾ ਡਿਪਰੈਸ਼ਨ ਵਿੱਚ। ਸਾਡੇ ਪਿੰਡਾਂ ਦੇ ਵਿੱਚ ਬਜ਼ੁਰਗ ਵੀ ਇੱਕ ਗੱਲ ਕਹਿ ਦਿੰਦੇ ਨੇ ਵੀ ਮੈਨੂੰ ਟੈਨਸ਼ਨ ਹੈ, ਮੈਨੂੰ ਬਹੁਤ ਟੈਨਸ਼ਨ ਹੈ। ਟੈਨਸ਼ਨ ਦਾ ਮਤਲਬ ਕੀ ਹੈ? ਡਿਪਰੈਸ਼ਨ ਵਿੱਚ ਹੈ, ਇਹ ਚਿੰਤਾ ਵਿੱਚ ਹੈ, ਇਹ ਸੋਗ ਦੀਆਂ ਲਹਿਰਾਂ ਅੰਦਰ ਉੱਠ ਰਹੀਆਂ ਨੇ। ਤੋ ਇਹਦਾ ਅਰਥ ਹੈ ਵੀ ਬੰਦੇ ਨੇ ਆਪਣੀਆਂ ਇੱਛਾਵਾਂ ਵਧਾ ਲਈਆਂ, ਲੋੜਾਂ ਵਧਾ ਲਈਆਂ, ਖਰਚ ਵਧਾ ਲਏ ਤੇ ਆਲੇ ਦੁਆਲੇ ਦਾ ਨੱਕ ਨਮੂਜ਼ ਵਧਾ ਲਿਆ। ਇਹਦਾ ਕਰਕੇ ਹੀ ਬੰਦਾ ਅੱਜ ਚਿੰਤਾ ਦੇ ਵਿੱਚ ਗ੍ਰਸਤ ਹੋਇਆ ਹੈ। ਆਓ ਆਪਾਂ ਸਾਰੇ ਰਲ ਕੇ ਇੱਕ ਪਰਨ ਕਰੀਏ ਏਦਾਂ ਦਾ, ਜਿਹੜਾ ਬਚਨ ਗੁਰੂ ਅੰਗਦ ਸਾਹਿਬ ਜੀ ਸਾਨੂੰ ਕਹਿ ਰਹੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਚਿੰਤਾ ਮਤ ਕਰੋ। ਅਜਿਹੀਆਂ ਚਿੰਤਾਵਾਂ ਛੱਡ ਦੇ। ਜੇ ਤੈਨੂੰ ਰੋਟੀ ਦੀ ਫਿਕਰ ਹੈ ਤੇ ਇਹ ਧਿਆਨ ਰੱਖੀ, ਮਹਾਰਾਜ ਕਹਿੰਦੇ ਜਲ ਮੈਂ ਜੰਤਿਓ ਪਾਇਨ ਤੇ ਨਾ ਰੋਜੀ ਦੇ, ਉਹ ਤਾਂ ਜਲ ਦੇ ਜੰਤੂਆਂ ਨੂੰ ਵੀ ਰੋਟੀ ਦੇ ਰਿਹਾ। ਉਥੇ ਹੱਟ ਨਾ ਚੱਲੇ, ਨਾ ਕੋ ਕਿਰਸ ਕਰੇ, ਉਥੇ ਹੱਟੀ ਨਹੀਂ, ਕੋਈ ਦੁਕਾਨ ਨਹੀਂ, ਨਾ ਕੋਈ ਵਾਈ ਜੋਤੀ ਹੈ, ਨਾ ਕੋਈ ਵਪਾਰ ਹੈ, ਸੌਦਾ ਮੂਲ ਨਾ ਹੋਵੇ, ਨਾ ਕੋ ਲੈ ਨਾ ਦੇ। ਉਥੇ ਕਿਸੇ ਤਰ੍ਹਾਂ ਦਾ ਕੋਈ ਵਪਾਰ ਲੈਣ ਦੇਣ ਨਹੀਂ ਹੈ। ਪਰ ਹੈ ਕੀ ਹੈ? ਕਹਿੰਦੇ ਜੀਆਂ ਕਾ ਆਹਾਰ ਜੀ, ਜੀਆਂ ਦਾ ਭੋਜਨ ਹੀ ਜੀਵ ਨੇ। ਉਥੇ ਛੋਟੇ ਜੀਵਾਂ ਨੂੰ ਵੱਡੇ ਜੀਵ ਖਾ ਰਹੇ ਨੇ। ਜੀਆਂ ਕਾ ਆਹਾਰ ਜੀ, ਖਾਣਾ ਇਹ ਕਰੇ ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ। ਜੋ ਜਿਨ੍ਹਾਂ ਸਮੁੰਦਰਾਂ ਨੂੰ, ਵੱਡੇ ਵੱਡੇ ਸਮੁੰਦਰਾਂ ਨੂੰ ਤੱਕੀਏ ਆਪਾਂ, ਉਹ ਵੱਡੇ ਵੱਡੇ ਸਮੁੰਦਰ ਜਿਹੜੇ ਕਰਤੇ ਦੇ ਨਿਯਮ ਦੇ ਵਿੱਚ ਜੋ ਕੋਈ ਸ੍ਰਿਸ਼ਟੀ ਪੈਦਾ ਕੀਤੀ ਸਾਰੀ ਕਰਤੇ ਨੇ, ਉਨ ਸਮੁੰਦਰਾਂ ਦੇ ਵਿੱਚ ਰਹਿਣ ਵਾਲੇ ਜੀਵਾਂ ਨੂੰ ਜਿਹੜਾ ਭੋਜਨ, ਉਹਨਾਂ ਦੀ ਸਾਂਭ ਸੰਭਾਲ, ਉਹਨਾਂ ਦਾ ਫਿਕਰ, ਉਹਨਾਂ ਦੀ ਚਿੰਤਾ ਵੀ ਕਰਤੇ ਨੂੰ ਖੁਦ ਆਪ ਹੈ। ਤੇ ਇਸ ਲਈ ਫਿਰ ਆਖਰੀ ਪੰਕਤੀ ਚ ਗੁਰੂ ਸਾਹਿਬ ਨੇ ਸਾਨੂੰ ਇਹੀ ਕਿਹਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਨਾ ਕਰ ਚਿੰਤਾ। ਇਹ ਚਿੰਤਾ ਦੇ ਤੇਰੇ ਲਈ ਇੰਨੀ ਕੁ ਖਤਰਨਾਕ ਤੇ ਘਾਤਕ ਸਿੱਧ ਹੋਵੇਗੀ ਕਿ ਤੂੰ ਗਿਆਨੀ ਹੁੰਦਾ ਹੋਇਆ ਵੀ, ਉਪਦੇਸ਼ਕ ਹੁੰਦਾ ਹੋਇਆ ਵੀ, ਧਰਮੀ ਹੁੰਦਾ ਹੋਇਆ ਵੀ, ਜੇ ਆਪਾਂ ਕਹਿ ਲਈਏ ਵੀ ਇੱਕ ਚੰਗਾ ਸਮਾਜਿਕ ਨਾਗਰਿਕ ਹੁੰਦਾ ਹੋਇਆ ਵੀ, ਤੂੰ ਬਰਬਾਦੀ ਦੇ ਰਸਤੇ ਨੂੰ ਤੁਰ ਜਾਵੇਂਗਾ ਜੇ ਤੂੰ ਚਿੰਤਾ ਦੇ ਵਿੱਚ ਰਹੇ ਹੋ। ਬੇਨਤੀ ਕਰਾਂ ਹੁਣ ਆਖਰੀ, ਵੀ ਜੇ ਬੱਚਿਆਂ ਦੇ ਐਗਜ਼ਾਮ ਸਿਰ ਤੇ ਆਉਣਾ ਤੇ ਬੱਚਾ ਵੀ ਇਹ ਗੱਲ ਕਹਿੰਦਾ ਵੀ ਮੈਨੂੰ ਬਹੁਤ ਟੈਨਸ਼ਨ, ਕਿਸੇ ਨੇ ਕਿਸੇ ਦਾ ਪੈਸਾ ਦੇਣਾ ਹੋਵੇ ਤੇ ਉਹ ਵੀ ਕਹਿੰਦਾ ਵੀ ਮੈਨੂੰ ਬਹੁਤ ਟੈਨਸ਼ਨ ਹੈ, ਕਿਸੇ ਨੇ ਧੀ ਪੁੱਤਰ ਦਾ ਵਿਆਹ ਕਰਨਾ ਹੋਵੇ ਤੇ ਉਹ ਵੀ ਕਈ ਵਾਰੀ ਟੈਨਸ਼ਨ ਚ ਹੁੰਦਾ ਵੀ ਕਿਵੇਂ ਕਿਵੇਂ ਸਾਰਾ ਪ੍ਰਬੰਧ ਨਿਭਾਉਣਾ। ਸੁਚੇਤ ਹੋਣਾ, ਚੇਤਾ ਕਰਨਾ, ਇਹ ਅਗਾਂਹ ਵਧੂ ਸੋਚ ਦੀ ਨਿਸ਼ਾਨੀ ਹੁੰਦੀ ਹੈ। ਇਹਨੂੰ ਅਕਲ, ਲਤੀਫ, ਬਰੀਕ ਬੁੱਧੀ ਵਾਲੇ ਤੇ ਸੂਝਵਾਨ ਤੇ ਬੁੱਧੀਜੀਵੀਆਂ ਦੀ ਨਿਸ਼ਾਨੀ ਹੁੰਦੀ ਹੈ। ਅਗਾਂਹ ਨੂੰ ਸੋਚਣਾ, ਸੁਚੇਤ ਰਹਿਣਾ, ਚੇਤਾ ਰੱਖਣਾ, ਚਿੰਤਤ ਰਹਿਣਾ। ਪਰ ਜਦੋਂ ਬੰਦਾ ਚਿੰਤਾ ਦੇ ਵਿੱਚ ਡੁੱਬ ਗਿਆ ਨਾ, ਤੇ ਇਹਨੂੰ ਅਸੀਂ ਇੱਕ ਤਰ੍ਹਾਂ ਦੀ ਮਾਨਸਿਕ ਬਿਮਾਰੀ ਸਮਾਜਿਕ ਲੋਕ ਆਖਦੇ ਨੇ। ਜਦੋਂ ਚਿੰਤਾ ਡੁੱਬ ਗਿਆ ਇਹਨੂੰ ਕਹਿੰਦੇ ਇਹ ਮੈਂਟਲੀ ਤੌਰ ਤੇ ਪ੍ਰਪੇਅਰ ਨਹੀਂ ਹੈ, ਇਹ ਤਾਂ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਗਿਆ, ਮਾਨਸਿਕ ਰੋਗੀ ਹੋ ਗਿਆ। ਤੇ ਸਾਡੇ ਮਾਨਸਿਕ ਆਤਮਿਕ ਦੁੱਖਾਂ ਦਾ ਇਲਾਜ ਬਾਣੀ ਕਰਦੀ ਹੈ। ਸਰੀਰਕ ਦੁੱਖਾਂ ਦਾ ਇਲਾਜ ਭਾਵੇਂ ਅਸੀਂ ਐਲੋਪੈਥੀ, ਹੋਮਿਓਪੈਥੀ, ਵੱਖ-ਵੱਖ ਔਸ਼ਧੀਆਂ ਦੁਆਰਾ ਕਰ ਲੈਂਦੇ ਹਾਂ, ਪਰ ਜਿਹੜਾ ਸਾਡੀ ਮਾਨਸਿਕਤਾ ਦਾ ਇਲਾਜ ਹੈ ਨਾ, ਉਹ ਗੁਰੂ ਕੀ ਬਾਣੀ ਕਰਦੀ ਹੈ। ਇਸ ਲਈ ਮਹਾਰਾਜ ਨੇ ਬਾਣੀ ਚ ਆਖਿਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਦੇਖ, ਪਛਾਣ ਦਾ ਅਰਥ ਹੈ ਸਮਝਣਾ, ਪਛਾਣ ਦਾ ਅਰਥ ਹੈ ਸਮਝਣਾ, ਪਹਿਚਾਣ ਲੈਣਾ, ਸਮਝ ਲੈਣਾ। ਮਨ ਤੂੰ ਜੋਤ ਸਰੂਪ ਹੈ, ਉਸ ਜੋਤ ਸਰੂਪ ਪ੍ਰਮਾਤਮਾ ਵਾਹਿਗੁਰੂ ਦੀ ਤੂੰ ਅੰਸ਼ ਹੈ। ਤੇ ਜੇ ਇਹ ਮਨ ਹੀ ਅਸੀਂ ਬੁਰੇ ਪਾਸੇ ਲਾ ਦਿੱਤਾ, ਵਿਸ਼ੇ ਵਿਕਾਰਾਂ ਦੇ ਵਿੱਚ ਲਾ ਦਿੱਤਾ, ਭਟਕਣਾ ਦੇ ਵਿੱਚ ਲਾ ਦਿੱਤਾ, ਚਿੰਤਾਵਾਂ ਦੇ ਵਿੱਚ ਲਾ ਦਿੱਤਾ, ਬੁਰੇ ਕਰਮਾਂ ਚ ਲਾ ਦਿੱਤਾ, ਫਿਰ ਮਹਾਰਾਜ
सच्चा पातशाह जी दी बाणी ने सानू बड़े विस्तार नाल समझाया। मन तू जोत स्वरूप है अपना मूल पछाण। दूजी पंक्ति मैं ये भी सांझी कर देवां, मन खुटाहर तेरा नहीं विसास। फिर ये तीजी गल ये भी आखी है, ये मन प्यारिया तू सदा सच संभाले। महाराज कहंदे तू प्यार ना ये गल कही है कि सच संभाल, चेते रख, चित्त विच टिका, अगाह वधू बन, पिछे नू नहीं, पिछा फेर ना मोहडड़ा, ये आख्या। अगाहां कूतरांग, अगाहां नू वधण लई आख्या, ते अगाह नू वधण दे लई सानू चेता रखना जरूरी है, चित्त विच टिकाउणा जरूरी है, ते चिंतित रहना जरूरी है, सुचेत रहना जरूरी है, ना कि चिंता करनी जरूरी है। चिंता तो मुक्त होना, सैल्फ कॉन्फिडेंस पैदा करना है, अपने अंदरों अंध विश्वास नू दूर करना है, विश्वास पैदा करना है। ते विश्वास जिस दिन पैदा होवेगा, नानक सिज अवेहा वार बौड़ ना होवी जन्मड़ा। महाराज कहंदे इस जन्म विच कामयाब हो। तुसी स्क्रीन ते भी देख सकते हो, अखरी अर्थ भी बड़े बा कमाल ने। इसे जन्म विच कामयाब हो, जीवन खेड जित, ताकि मुड़ जन्म ना लेना पवे तैनू, आत्मक मौते ना पैना पवे तैनू। इसलिए अगाह वधिए, चिंता तो मुक्त होइए। ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਵੀ ਜਿਹੜੀ ਕਈ ਤਰ੍ਹਾਂ ਦੀ ਚਿੰਤਾ ਹੈ, ਕਈ ਵਾਰੀ ਮਾਂ-ਬਾਪ ਚਿੰਤਾ ਵਿੱਚ ਹੁੰਦੇ ਆ, ਔਲਾਦ ਉਹਨਾਂ ਨੂੰ ਵੇਖ ਕੇ ਚਿੰਤਾ ਵਿੱਚ ਹੋ ਜਾਂਦੀ, ਬੱਚੇ ਉਹਨਾਂ ਵੱਲ ਵੇਖ ਕੇ ਚਿੰਤਾ 'ਚ ਹੋ ਜਾਂਦੇ। ਮਾਂ-ਬਾਪ ਦਾ ਤਕਰਾਰ ਹੋਵੇ, ਬੱਚਿਆਂ ਨੂੰ ਚਿੰਤਾ ਹੁੰਦੀ। ਬੱਚਾ ਔਲਾਦ ਕਿਧਰੇ ਵੀ ਕਿਸੇ ਭਟਕਣਾ 'ਚ ਪੈ ਜਾਵੇ ਤੇ ਮਾਂ-ਬਾਪ ਨੂੰ ਚਿੰਤਾ ਹੁੰਦੀ ਹੈ। ਇੱਕ ਪਰਿਵਾਰ ਦਾ ਪੂਰਾ ਇੱਕ ਟੀਮ ਵਰਕ ਹੁੰਦਾ ਹੈ, ਹਰ ਬੰਦਾ ਜ਼ਿੰਮੇਵਾਰ। ਜੇ ਪਰਿਵਾਰ ਜ਼ਿੰਮੇਵਾਰ ਹੈ, समाज सोहना होवेगा, समाज जिम्मेवार है ते साडा आला दुआला सोहना होवेगा। जे आला दुआला ही सोहना होवेगा, फिर सानू सारी दुनिया ही सोहनी दिसेगी। चिंता मुक्त होण दे लई सानू गुरु की बाणी दा आसरा लईए। तो इस विषय नाल संबंधित जे किधरे किसी तरह दा कोई सवाल होवे ते ओह आपां इत्थे नाल ही हुणे ही साझा कर लवांगे। प्यारे बच्चिओ, ਆਪਣੇ ਪਰਿਵਾਰਾਂ ਵਿੱਚ ਰਹਿੰਦਿਆਂ ਸੁਚੇਤ ਰਹਿਣਾ, ਹਰ ਗੱਲ ਤੇ ਸੁਚੇਤ ਰਹਿਣਾ। ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ ਹਰ ਪੱਖ ਤੋਂ ਅਸੀਂ ਸੁਚੇਤ ਰਹਿਣਾ। ਚਿੰਤਾ ਤੋਂ ਮੁਕਤ ਹੋਣਾ ਤੇ ਸੁਚੇਤ ਰਹਿਣ ਲਈ ਗੁਰਬਾਣੀ ਨੇ ਆਖਿਆ। ਤੋ ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਮੰਗਦਾ। ਜੇ ਕਿਧਰੇ ਕੋਈ ਕਿਸੇ ਤਰ੍ਹਾਂ ਦਾ ਸਵਾਲ ਹੋਵੇ ਤੇ ਉਹ ਪਲੀਜ਼ ਤੁਸੀਂ ਕਰ ਸਕਦੇ ਹੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਬੜਾ ਪਿਆਰਾ ਵਿਸ਼ਾ ਬੜੇ ਸੋਹਣੇ ਤਰੀਕੇ ਦੇ ਨਾਲ ਸਮਝਾਉਣਾ ਕੀਤਾ। ਸੋ ਬਹੁਤ ਬਹੁਤ ਧੰਨਵਾਦ। ਹੁਣ ਕੁਝ ਕੁ ਹੈਂਡ ਰੇਜ਼ ਨੇ ਆਪਾਂ ਲਵਾਂਗੇ ਜੀ, ਜਿਨ੍ਹਾਂ ਦੇ ਸਵਾਲ ਨੇ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਿਆਰੇ ਬੱਚੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। बेटा वीडियो बंद करके बोलो। मैं आवाज आ रही? वीडियो हाँ जी, बंद आ कर। रही बेटा, आवाज आ रही जी। मैम मेरा क्वेश्चन ये है कि मनुष्य ਜਿਹੜਾ ਮਨੁੱਖ ਉਸਨੂੰ ਕਦੇ ਵੀ ਸਬਰ ਨਹੀਂ ਹੁੰਦਾ। ਸਬਰ ਨਾ ਹੋਣ ਕਰਕੇ ਮਨੁੱਖ ਸੋਚਦਾ ਹੈ ਕਿ ਮੈਂ ਪਹਿਲਾਂ ਹੀ ਪੈਸਾ ਇਕੱਠਾ ਕਰ ਲਾਂ, ਸਾਰੀਆਂ ਚੀਜ਼ਾਂ ਪਹਿਲਾਂ ਹੀ ਇਕੱਠੀਆਂ ਕਰ ਲਾਂ, ਤੇ ਇਸੇ ਕਾਰਨ ਉਹ ਆਪਣੇ ਨੂੰ ਦੂਸਰੇ ਨਾਲ ਕੰਪੇਅਰ ਕਰਦਾ ਹੈ। ਤੇ ਅਸੀਂ ਆਪਣੇ ਅੰਦਰ ਸਬਰ ਕਿਸ ਤਰ੍ਹਾਂ ਲਿਆ ਸਕਦੇ ਹਾਂ ਕਿ ਜਦੋਂ ਸਾਡੇ ਅੰਦਰ ਸਬਰ ਆਏਗਾ ਤਾਂ ਹੀ ਅਸੀਂ ਇਸ ਚਿੰਤਾ ਛੁਟਕਾਰਾ ਪਾ ਸਕਦੇ ਹਾਂ। ਸਾਡੇ ਅੰਦਰ ਸਬਰ ਕਿਸ ਤਰ੍ਹਾਂ ਆਏਗਾ? ਹਾਂਜੀ ਹਾਂਜੀ, ਪਿਆਰੇ ਬੱਚਿਓ, ਬੜਾ ਸੋਹਣਾ ਸਵਾਲ ਹੈ। ਸਾਡੇ ਅੰਦਰ ਜਿਹੜਾ ਵਾ ਉਹ ਸਬਰ ਕਿਵੇਂ ਆਵੇਗਾ? ਅਸੀਂ ਨਾ ਅਰਦਾਸ ਦਾ ਇੱਕ ਬੰਦ ਪੜ੍ਹਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਧ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ। ਇੱਕ ਜਿਹੜਾ ਇਹਦੇ ਚੋਂ ਸ਼ਬਦ ਹੈ ਭਰੋਸਾ ਦਾਨ। ਪਹਿਲੀ ਗੱਲ ਹੈ, ਸਬਰ ਨੂੰ ਹਾਸਲ ਕਰਨ ਲਈ ਸਾਨੂੰ ਭਰੋਸਾ ਹੋਣਾ ਚਾਹੀਦਾ ਹੈ। ਤੇ ਨਾਲ ਗੁਰਬਾਣੀ ਦੀ ਪੰਕਤੀ ਮੈਂ ਇੱਕ ਸਾਂਝੀ ਕਰ ਦੇਵਾਂ, ਜੇ ਸਬਰ ਆ ਜੇ ਤੇ ਬੰਦੇ ਦੀ ਜਿਹੜੀ ਆ ਉਹ ਆਤਮਿਕ ਅਵਸਥਾ ਕਿਹੋ ਜਿਹੀ ਹੁੰਦੀ। ਗੁਰਬਾਣੀ ਦਾ ਸ਼ਬਦ ਮੈਂ ਸਾਂਝਾ ਕਰਾਂਗਾ। ਬਾਬਾ ਫਰੀਦ ਸਾਹਿਬ ਜੀ ਦਾ ਇਹ ਸ਼ਬਦ ਹੈ, ਸਬਰ ਇਹ ਸੁਆਓ ਜੇ ਤੂੰ ਬੰਦਾ ਦਿੜ ਕਰੇ, ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੇਂ ਵਾਹੜਾ।
ਪਿਆਰੇ ਬੱਚੇ ਧਿਆਨ ਨਾਲ ਸਮਝਣਾ ਇਹਨੂੰ। ਸਬਰ ਇਹ ਸੁਆਓ। ਅਜੇ ਨਾ ਸਵਾਰਥ ਸਾਡੇ ਹੋਰ ਨੇ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਜਦੋਂ ਸਵਾਰਥਾਂ ਦੇ ਵਿੱਚ ਬੰਦਾ ਰੁੱਝ ਜਾਂਦਾ ਹੈ ਨਾ, ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ ਜੇ ਸਬਰ ਬਣ ਜੇ। ਤੇ ਜੇ ਤੂੰ ਸਬਰ ਨੂੰ ਹਿਰਦੇ 'ਚ ਪੱਕਾ ਕਰ, ਹੁਣ ਸਬਰ ਆਵੇ ਕਿਵੇਂ? ਸਭ ਮੇਨ ਗੱਲ ਜਿਹੜਾ ਸਵਾਲ ਉਹ ਹੈ ਵੀ ਜਦੋਂ ਸਬਰ ਆ ਗਿਆ ਫਿਰ ਬੰਦਾ ਦਰਿਆ ਵਾਂਗੂ ਵੱਧਦਾ ਅੱਗੇ ਨੂੰ ਦਰਿਆ ਵਾਂਗੂ ਵੱਧਦਾ ਜਾਂਦਾ ਵੀ ਸਾਰੇ ਪਾਸੇ ਉਹਨੂੰ ਕਰਤੇ ਦਾ ਰੂਪ ਹੀ ਨਜ਼ਰ ਆਉਂਦਾ। ਫਿਰ ਨਹੀਂ ਉਹਦੇ ਅੰਦਰੋਂ ਈਰਖਾ, ਚਿੰਤਾਵਾਂ, ਝੋਰੇ ਸਭ ਖਤਮ ਹੋ ਜਾਂਦੇ। ਹੁਣ ਸਵਾਲ ਇਹ ਹੈ ਵੀ ਸਬਰ ਆਵੇ ਕਿਵੇਂ? ਸਬਰ ਨੂੰ ਅਸੀਂ ਹਾਸਲ ਕਿਵੇਂ ਕਰੀਏ? ਹੁਣ ਇੱਕ ਬੰਦਾ ਰੋਜ਼ ਕਾਲੇ ਰੰਗ ਦਾ ਕੋਟ ਪਹਿਨ ਕੇ ਤੇ ਦਾਵਾ ਕਰੇ ਵੀ ਮੈਂ ਤਾਂ ਵਕੀਲ ਬਣ ਗਿਆ। ਇੱਕ ਬੰਦਾ ਆਰਮੀ ਦੀ ਵਰਦੀ ਪਹਿਨ ਕੇ ਦਾਵਾ ਕਰੇ ਕਿ ਮੈਂ ਤਾਂ ਆਰਮੀ ਦਾ ਜਵਾਨ ਬਣ ਗਿਆ। ਇੱਕ ਬੰਦਾ ਵਾਈਟ ਕਲਰ ਦੀ ਜੈਕਟ ਪਾ ਕੇ ਤੇ ਉਹ ਦਾਵਾ ਕਰੇ ਮੈਂ ਡਾਕਟਰ ਬਣ ਗਿਆ। ਹੁਣ ਇਹ ਬਣਿਆ ਕੋਈ ਵੀ ਨਹੀਂ ਤਿੰਨਾਂ ਦੇ ਵਿੱਚੋਂ, ਕੇਵਲ ਇਹਨਾਂ ਨੇ ਬਾਰੀ ਜਿਹੜਾ ਪਹਿਰਾਵਾ ਪਹਿਨਿਆ। ਜਿੰਨੀ ਦੇਰ ਤੱਕ ਇਹ ਡਿਗਰੀ ਡਿਪਲੋਮਾ ਨਹੀਂ ਕਰਦੇ ਉਨੀ ਦੇਰ ਤੱਕ ਵਕੀਲ ਵੀ ਨਹੀਂ ਬਣੇਗਾ, ਅਧਿਆਪਕ ਵੀ ਨਹੀਂ ਬਣੇਗਾ, ਡਾਕਟਰ ਵੀ ਨਹੀਂ ਬਣੇਗਾ। ਬਣੇਗਾ ਉਦੋਂ ਜਦੋਂ ਉਹ ਠੀਕ ਤਰੀਕੇ ਨਾਲ ਡਿਗਰੀ ਕਰੇਗਾ, ਠੀਕ ਤਰੀਕੇ ਦੇ ਨਾਲ ਉਹ ਸਾਰਾ ਕੁਝ ਉਹਦੀ ਸਟੱਡੀ ਕਰੇਗਾ। ਇਦਾਂ ਹੀ ਸੱਚਮੁੱਚ ਸਬਰ ਜਿਹੜਾ ਵਾ ਉਦੋਂ ਹੀ ਸਾਨੂੰ ਸਬਰ ਉਦੋਂ ਹੀ ਮਿਲੇਗਾ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ। ਗੁਰੂ ਵਾਲੇ, ਹੁਣ ਸਵਾਲ ਇਹ ਵੀ ਗੁਰੂ ਵਾਲੇ ਕਿਵੇਂ ਬਣਾਂਗੇ? ਗੁਰ ਕੀ ਮਤ ਤੂੰ ਲੇਹ ਇਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ। ਵੱਡੇ ਸਿਆਣੇ ਪੁਰਖ ਡੁੱਬ ਗਏ ਹੰਕਾਰ ਚ ਭਗਤੀ ਤੋਂ ਬਿਨਾ। ਭਗਤੀ ਮੀਨਿੰਗ ਗੁਰੂ ਦੀ ਮੱਤ ਤੋਂ ਬਿਨਾ, ਗੁਰੂ ਵਾਲੇ ਹੋਣ ਤੋਂ ਬਿਨਾ, ਗੁਰੂ ਦੇ ਗਿਆਨ ਤੋਂ ਬਿਨਾ, ਗੁਰੂ ਦੇ ਸ਼ਬਦ ਤੋਂ ਬਿਨਾ ਤੇ ਗੁਰੂ ਦੀ ਮੱਤ ਤੋਂ ਬਿਨਾ। ਜਿੰਨੇ ਵੀ ਸਿਆਣੇ ਜਿਸ ਦਿਨ ਅਸੀਂ ਗੁਰੂ ਦੀ ਮੱਤ ਪੜ੍ਹ ਲਵਾਂਗੇ, ਸੁਣ ਲਵਾਂਗੇ ਨਾ, ਜਿਸ ਦਿਨ ਅਸੀਂ ਉਹਨੂੰ ਪ੍ਰੈਕਟੀਕਲੀ ਜਿਉਣਾ ਆਰੰਭ ਕਰ ਦੇਵਾਂਗੇ, ਸਹਿਜੇ ਸਬਰ ਸਾਡੇ ਜੀਵਨ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ। ਜਿਸ ਦਿਨ ਸਬਰ ਆ ਗਿਆ ਉਸ ਦਿਨ ਸਾਡਾ ਜਿਹੜਾ ਹਿਰਦਾ ਵਿਸ਼ਾਲ ਹੋ ਜਾਵੇਗਾ। ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ। ਹਾਂਜੀ, ਹੋਰ ਕੋਈ ਸਵਾਲ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਵੀਰ ਜੀ ਦਾ ਬਹੁਤ ਧੰਨਵਾਦ, ਉਹਨਾਂ ਨੇ ਬਹੁਤ ਵਧੀਆ ਸਮਝਾਇਆ ਚਿੰਤਾ ਵੀ ਨਹੀਂ ਕਰਨੀ ਚਾਹੀਦੀ। ਇੱਕ ਮੇਰਾ ਵੀਰ ਜੀ ਨੂੰ ਸਵਾਲ ਸੀ ਵੀ ਕਈ ਵਾਰ ਆਪਾਂ ਨਹੀਂ ਚਿੰਤਾ ਕਰਦੇ, ਸਾਹਮਣੇ ਵਾਲਾ ਆਪਾਂ ਨੂੰ ਚਿੰਤਾ ਚ ਪਾ ਦਿੰਦਾ। ਮੈਂ ਇੱਕ ਛੋਟੀ ਜਿਹੀ ਸਟੋਰੀ ਸ਼ੇਅਰ ਕਰਨ ਲੱਗ ਰਹੀ ਹਾਂ ਵੀ ਇੱਕ ਵਾਰ ਇੱਕ ਡਾਕਟਰ ਸੀਗਾ ਵੀ ਉਹਨੇ ਬਹੁਤ ਵੱਡਾ ਹਸਪੀਟਲ ਬਣਾਇਆ ਹੋਇਆ ਸੀਗਾ ਤੇ ਇੱਕ ਲੇਡੀ ਉਹਨਾਂ ਦੇ ਕੋਲ ਜਾਂਦੀ ਹੈ, ਉਹਨਾਂ ਨੂੰ ਜਾ ਕੇ ਕਹਿੰਦੀ ਹੈ ਵੀ ਮੈਨੂੰ ਡਿਪਰੈਸ਼ਨ ਦੀ ਸ਼ਿਕਾਇਤ ਹੈ, ਮੈਨੂੰ ਵੀ ਕਿਸੇ ਦੀ ਚਿੰਤਾ ਬਹੁਤ ਹੁੰਦੀ ਹੈ। ਤੇ ਉਹ ਡਾਕਟਰ ਕਹਿੰਦਾ ਵੀ ਤੁਹਾਨੂੰ ਚਿੰਤਾ ਕਿਸੇ ਦੀ ਕਿਉਂ ਹੁੰਦੀ ਹੈ? ਉਹ ਕਹਿੰਦੀ ਵੀ ਉਹ ਡਾਕਟਰ ਨੂੰ ਇਹ ਕਹਿੰਦੀ ਵੀ ਤੁਸੀਂ ਨੇ ਐਡਾ ਵੱਡਾ ਹਸਪਤਾਲ ਪਾਇਆ, ਤੁਸੀਂ ਇੰਨਾ ਖਰਚਾ ਕੀਤਾ ਵੀ ਤੁਹਾਡੇ ਕੋਲ ਸਿਰਫ 2 ਮਰੀਜ਼ ਨੇ, ਵੀ ਤੁਸੀਂ ਆਪਦਾ ਖਰਚਾ ਕਿਵੇਂ ਚਲਾਉਂਦੇ ਹੋ? ਵੀ ਉਹ ਆਪਦਾ ਭਾਵੇਂ ਦੀ ਇਲਾਜ ਡਾਕਟਰ ਕੋਲ ਕਰਾਉਣ ਗਈ ਸੀ, ਪਰ ਉਹਨਾਂ ਡਾਕਟਰ ਨੂੰ ਡਿਪਰੈਸ਼ਨ ਚ ਕਰਤਾ ਵੀ ਹਾਂ, ਡਾਕਟਰ ਸੋਚਣ ਲੱਗ ਗਿਆ ਵੀ ਹਾਂ ਸ਼ਾਇਦ ਵੀ ਮੇਰੇ ਨਾਲ ਵੀ ਗਲਤ ਹੋ ਰਿਹਾ, ਵੀ ਮੈਨੂੰ ਸਹੀ ਨਹੀਂ ਮਤਲਬ ਗਾਹਕ ਮਿਲ ਰਹੇ, ਵੀ ਕਸਟਮਰ ਮੇਰੇ ਕੋਲ ਨਹੀਂ ਆ ਰਹੇ। ਤਾਂ ਵੀ ਕਈ ਵਾਰ ਆਪਾਂ ਨਹੀਂ ਚਿੰਤਾ ਕਰਦੇ, ਆਪਾਂ ਨੂੰ ਸਾਹਮਣੇ ਵਾਲੀ ਚਿੰਤਾ ਚ ਪਾ ਦਿੰਦੇ। ਉੱਥੇ ਆਪਾਂ ਨੂੰ ਕੀ ਕਰਨਾ ਚਾਹੀਦਾ? ਓਕੇ, ਦੇਖੋ ਬੱਚੇ, ਕਈ ਵਾਰੀ ਨਾ ਅਸੀਂ ਇਹ ਚੀਜ਼ਾਂ ਵੇਖਦੇ ਹਾਂ ਵੀ ਜਿਵੇਂ ਸਾਨੂੰ ਸਾਹਮਣੇ ਵਾਲਾ ਜਿਹੜਾ ਚਿੰਤਾ ਦੇ ਵਿੱਚ ਇਹਦਾ ਮੀਨਿੰਗ ਹੁੰਦਾ ਵਾ ਵੀ ਅਸੀਂ ਸਟਰੋਂਗ ਨਹੀਂ ਹੈਗੇ, ਅਸੀਂ ਸਟਰੋਂਗ ਨਹੀਂ ਹਾਂ। ਦੇਖੋ ਸਾਡੇ ਸਾਹਮਣੇ ਖੜਾ, ਸਾਡੇ ਕੋਲ ਵੀ ਪੂਰੇ ਤਾਕਤਵਰ ਹਥਿਆਰ ਨੇ, ਸਾਡੇ ਕੋਲੇ ਤਾਕਤਵਰ ਫੌਜ ਹੈ, ਸਾਡੇ ਸਾਹਮਣੇ ਖੜੇ ਵਿਅਕਤੀ ਦੇ ਕੋਲ ਵੀ ਤਾਕਤਵਰ ਫੌਜ ਹੈ। ਅਸੀਂ ਜੇਕਰ ਉਹਦੇ ਤੇ ਹਮਲਾ ਕਰਦੇ ਹਾਂ ਤੇ ਅਸੀਂ ਉਹਨੂੰ ਜਿੱਤ ਜਾਂਦੇ ਹਾਂ, ਪਰ ਇਹਦਾ ਅਰਥ ਹੈ ਵੀ ਸਾਡੀ ਫੌਜ ਤਾਕਤਵਰ ਸੀ ਜਾਂ ਸਾਡੇ ਕੋਲ ਹਥਿਆਰ ਬੜੇ ਵਧੀਆ ਸੀ, ਅਸੀਂ ਉਹਨੂੰ ਜਿੱਤ ਲਿਆ। ਜੇਕਰ ਉਹ ਸਾਨੂੰ ਜਿੱਤ ਰਿਹਾ, ਇਹਦਾ ਮੀਨਿੰਗ ਹੈ ਵੀ ਉਹਦੇ ਕੋਲ ਤਾਕਤਵਰ ਫੌਜ ਸੀ ਤੇ ਬਹੁਤ ਸਾਰੇ ਹਥਿਆਰ ਸੀ ਤੇ ਉਹਨੇ ਸਾਨੂੰ ਜਿੱਤਣਾ ਸਹਿਲਾ ਹੋ ਗਿਆ ਉਹਦੇ ਲਈ, ਤੇ ਉਹ ਸਾਡੇ ਤੇ ਜੇਤੂ ਰਿਹਾ। ਧਿਆਨ ਦੇਣਾ ਇਸ ਗੱਲ ਵੱਲ ਵੀ ਜੇ ਸਾਡੀ ਵਿਚਾਰ ਸਟਰੋਂਗ ਹੈ, ਜਿਵੇਂ ਮਤੀ ਦਾਸ ਜੀ ਦੇ ਸਾਹਮਣੇ ਖੜਾ ਜਲਾਦ ਇਹ ਗੱਲ ਕਹਿੰਦਾ ਵੀ ਮਤੀ ਦਾਸ ਜੀ, ਕੋਈ ਤੁਹਾਡੀ ਆਖਰੀ ਇੱਛਾ ਹੈ? ਲਾਉਣ ਦੀ ਕੋਸ਼ਿਸ਼ ਕੀਤੀ ਗਈ ਨਾ, ਵੀ ਕੋਸ਼ਿਸ਼ ਕੀਤੀ ਵੀ ਮੈਂ ਆਪਣਾ ਪ੍ਰਭਾਵ ਛੱਡਾਂ। ਜਦੋਂ ਤੁਸੀਂ ਕਿਸੇ ਦਾ ਪ੍ਰਭਾਵ ਐਕਸੈਪਟ ਕਰਦੇ ਹੋ, ਇਹਦਾ ਅਰਥ ਹੈ ਵੀ ਤੁਹਾਡੀ ਵਿਚਾਰ ਸਟਰੋਂਗ ਨਹੀਂ ਹੈਗੀ, ਤੁਹਾਡੇ ਅੰਦਰ ਦਾ ਗਿਆਨ ਸਟਰੋਂਗ ਨਹੀਂ ਹੈਗਾ। ਤੁਸੀਂ ਅੰਤਰਾਤਮੇ ਤੋਂ ਅਜੇ ਵੀ ਕਿਤੇ ਨਾ ਕਿਤੇ ਅੰਧ ਵਿਸ਼ਵਾਸ ਜਾਂ ਕਿਸੇ ਭਟਕਣਾ ਦੇ ਸ਼ਿਕਾਰ ਜੇ। ਤੁਹਾਨੂੰ ਸੈਲਫ ਕੌਨਫੀਡੈਂਸ ਦੀ ਘਾਟ ਹੈ, ਜਿਸ ਕਰਕੇ ਤੁਸੀਂ ਕਿਸੇ ਦੇ ਕੁਝ ਕਹੇ ਹੋਏ ਸ਼ਬਦਾਂ ਨੂੰ ਜਿਹੜਾ ਐਕਸੈਪਟ ਕਰਕੇ ਤੇ ਚਿੰਤਾ ਦੇ ਵਿੱਚ ਚਲੇ ਜਾਂਦੇ ਜੇ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਜੇ। ਭਾਈ ਮਤੀ ਦਾਸ ਜੀ ਨੂੰ ਵੀ ਤਾਂ ਡਿਪਰੈਸ਼ਨ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾ,
ਮਾਨਸਿਕ ਤੌਰ ਤੇ ਡਰਾਇਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਡਰਾਇਆ ਗਿਆ ਵੀ ਤੁਹਾਡੇ ਆਹ 3 ਸਿੱਖ ਤੁਹਾਡੇ ਸਾਹਮਣੇ ਇੰਨੇ ਬੁਰੇ ਤਸੀਹਾਂ ਨਾਲ ਸ਼ਹੀਦ ਕੀਤੇ ਆ, ਤੁਹਾਨੂੰ ਵੀ ਏਦਾਂ ਕਰਾਂਗੇ। ਪਰ ਗੁਰੂ ਸਾਹਿਬ ਜੀ ਦੀ ਵਿਚਾਰ ਇੰਨੇ ਸਟਰੋਂਗ ਨੇ ਨਾ, ਉਹ ਕਹਿੰਦੇ ਚਿੰਤਾ ਹੀ ਨਹੀਂ ਹੈ। ਦੇਖੋ ਇਤਿਹਾਸ ਪੜ੍ਹ ਕੇ ਸਾਨੂੰ ਅੰਤਰਾਤਮਾ ਸਟਰੋਂਗ ਕਰਨਾ ਪਵੇਗਾ। 5 ਪਿਆਰੇ ਸਾਹਿਬਾਨ ਵਾਰੀ-ਵਾਰੀ ਸਿਰ ਦਿੰਦੇ ਨੇ ਨਾ, ਗੁਰੂ ਸਾਹਿਬ ਨੇ ਸਿਰ ਸੀਸ ਮੰਗੇ ਨੇ। ਐਡਾ ਵੱਡਾ ਵਿਸ਼ਵਾਸ ਹੈ ਅੰਦਰੋਂ ਸਟਰੋਂਗ ਨੇ, ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੈ। ਜਿਨ੍ਹਾਂ ਮਾਤਾਵਾਂ ਭੈਣਾਂ ਨੇ ਆਪਣੇ ਬੱਚਿਆਂ ਦੇ ਜਿਹੜੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾਏ, ਉਹ ਸਟਰੋਂਗ ਨੇ। ਅੱਜ ਵਰਗੀਆਂ ਮਾਵਾਂ ਨਹੀਂ ਹੈ, ਪਰ ਸਾਨੂੰ ਉਹਨਾਂ ਵਰਗੇ ਬਣਨਾ ਚਾਹੀਦਾ, ਕਿਉਂਕਿ ਉਹ ਸਾਡੇ ਪੁਰਖੇ ਸੀ। ਅੱਜ ਜਦੋਂ ਸਾਨੂੰ ਕੋਈ ਚਿੰਤਾ ਦਿੰਦਾ ਜਾਂ ਕੋਈ ਕਿਸ ਤਰ੍ਹਾਂ ਦੀ ਗੱਲ ਕਹਿੰਦਾ ਵੀ ਅਸੀਂ ਡਿਪਰੈਸ਼ਨ 'ਚ ਚੱਲ ਜਾਂਦੇ ਹਾਂ, ਉਹਦਾ ਅਸਲ ਕਾਰਨ ਹੈ ਵੀ ਸੈਲਫ ਕੌਨਫੀਡੈਂਸ ਦੀ ਘਾਟ ਹੈ, ਜਾਂ ਇਉਂ ਕਹਿ ਲਓ ਵੀ ਅਸੀਂ ਅੰਦਰੋਂ ਸਟਰੋਂਗ ਨਹੀਂ ਹੈ। ਜਿਸ ਚੀਜ਼ ਨੇ ਸਾਨੂੰ ਸਟਰੋਂਗ ਕਰਨਾ, ਅਸੀਂ ਉਹ ਡਾਇਟ ਹੀ ਨਹੀਂ ਕਦੀ ਲਈ। ਗੁਰਬਾਣੀ ਸਾਨੂੰ ਸਟਰੋਂਗ ਕਰਦੀ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਡਗਮਗ ਛਾੜ ਰੇ ਮਨ ਬੌਰਾ। ਗੁਰਬਾਣੀ ਕਹਿੰਦੀ ਵੀ ਬੌਰੇ ਮਨਾ ਵੀ ਡਗਮਗ ਦਾ ਮੀਨਿੰਗ ਹੁੰਦਾ ਡੋਲਣਾ। ਜਿੰਨੇ ਜੇ ਹਵਾ ਦਾ ਬੁੱਲਾ ਹੈ ਤਾਂ ਇੱਧਰ ਨੂੰ ਡੋਲ ਗਏ, ਜੇ ਕਿਸੇ ਨੇ ਕੁਝ ਕਿਹਾ ਤੇ ਉਹਦੇ ਮਗਰ ਲੱਗ ਗਏ। ਇਹਨੂੰ ਕਹਿੰਦੇ ਡਗਮਗ ਛਾੜ ਰੇ ਮਨ ਬੌਰਾ, ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹੱਥ ਸਿੰਦੌਰਾ। ਇਹ ਦ੍ਰਿੜ ਕਰ ਲੈ ਵੀ ਤੇਰੇ ਹੱਥ ਵਿੱਚ ਸੰਧੂਰਿਆ ਨਾਰੀਅਲ ਫੜਾਇਆ ਗਿਆ, ਤੇ ਸੰਧੂਰਿਆ ਨਾਰੀਅਲ ਇਸ ਗੱਲ ਦਾ ਪ੍ਰਤੀਕ ਹੈ ਕਿ ਤੈਨੂੰ ਸਤੀ ਹੋਣਾ ਪੈਣਾ ਹੈ। ਜਿਵੇਂ ਪੁਰਾਣੇ ਸਮਿਆਂ 'ਚ ਸਤੀ ਦੀ ਰਸਮ ਚੱਲਦੀ ਸੀ, ਤੇ ਜਦੋਂ ਸੰਧੂਰਿਆ ਨਾਰੀਅਲ ਫੜਾ ਦਿੱਤਾ ਜਾਂਦਾ ਸੀ ਤੇ ਉਹਨੂੰ ਚਿਖਾ 'ਚ ਸੜਨਾ ਪੈਂਦਾ ਸੀ। ਤਾਂ ਇਹਦਾ ਅਰਥ ਇਹ ਹੈ ਵੀ ਉਹ ਜਦੋਂ ਸੰਧੂਰਿਆ ਨਾਰੀਅਲ ਫੜ ਲੈਂਦੀ, ਫਿਰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਉਹਦੇ ਤੇ ਚਿੰਤਾ ਛੱਡ ਦੇਣੀ ਚਾਹੀਦੀ ਵੀ ਹੁਣ ਤਾਂ ਮੈਨੂੰ ਮਰਨਾ ਹੀ ਪੈਣਾ ਹੈ। ਤਾਂ ਇਹ ਚੀਜ਼ ਗੁਰੂ ਕੀ ਬਾਣੀ ਦਾ ਅਸੀਂ ਆਸਰਾ ਲਈਏ। ਜਿਹੜੀ ਗੁਰਬਾਣੀ ਹੈ ਨਾ, ਜਦੋਂ ਇਹ ਸਾਡੇ ਕੋਲ ਹੋਵੇਗੀ, ਉਦੋਂ ਅਸੀਂ ਅੰਦਰੋਂ ਵੀ ਸਟਰੋਂਗ ਹੋਵਾਂਗੇ, ਤੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਿਪਰੈਸ਼ਨ ਦੇ ਵਿੱਚ ਨਹੀਂ ਲੈ ਕੇ ਜਾ ਸਕਦਾ ਕਿਸੇ ਵੀ ਸ਼ਬਦਾਂ ਦੇ ਨਾਲ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਹਾਂਜੀ ਬੋਲੋ ਜੀ। ਮੈਮ ਸਭ ਤੋਂ ਪਹਿਲਾਂ ਤਾਂ ਮੈਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਇੰਨਾ ਸੋਹਣਾ ਟੌਪਿਕ ਸੁਣਾਇਆ ਜੀ। ਮੈਮ ਮੇਰਾ ਕੁਐਸਚਨ ਇਹ ਸੀ ਕਿ ਕੁਝ ਲੋਕ ਮਤਲਬ ਕਿ ਪੰਜਾਬੀ ਵਿੱਚ ਕਹਾਵਤ ਆ ਕਿ ਲਾਲਚ ਬੁਰੀ ਬਲਾ ਹੁੰਦੀ ਹੈ, ਪਰ ਲੋਕ ਨਾ ਮਤਲਬ ਕਿ ਲਾਲਚ ਫਿਰ ਵੀ ਕਰਦੇ, ਉਹਨਾਂ ਨੂੰ ਕਿਸ ਤਰ੍ਹਾਂ ਹਟਾਇਆ ਜਾਵੇਗਾ ਜੀ? ਹਾਂਜੀ ਪਿਆਰੇ ਬੱਚੇ, ਜਿਵੇਂ ਤੁਸੀਂ ਸਵਾਲ ਕੀਤਾ ਵੀ ਜਿਹੜੇ ਲਾਲਚ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਹਟਾਇਆ ਜਾਵੇ, ਪਰ ਮੈਂ ਇਹ ਕਹਿਣਾ ਚਾਹੁੰਦਾ ਮੈਂ ਵੀ ਆਪਾਂ ਨੂੰ ਉਹਨਾਂ ਨੂੰ ਹਟਾਉਣ ਦੀ ਲੋੜ ਨਹੀਂ ਹੈ, ਕਿਉਂਕਿ ਗੁਰਬਾਣੀ ਕਹਿੰਦੀ ਆਪ ਸਵਾਰੇ ਮੈਂ ਮਿਲੇ। ਪਹਿਲਾਂ ਸ਼ੁਰੂ ਆਪਾਂ ਆਪਣੇ ਤੋਂ ਕਰੀਏ। ਆਪਾਂ ਵੀ, ਤੁਸੀਂ ਵੀ, ਮੈਂ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਲਾਲਚ ਦਾ ਸ਼ਿਕਾਰ ਆਪਾਂ ਹੁੰਨੇ ਆ। ਤੇ ਦੁੱਖਾਂ ਦਾ ਮੂਲ ਕਾਰਨ ਵੀ ਜਿਹੜਾ ਲਾਲਚ ਹੁੰਦਾ, ਗੁਰਬਾਣੀ ਕਹਿੰਦੀ ਲਾਲਚ ਛੋਡੋ ਅੰਧਿਓ ਲਾਲਚ ਦੁੱਖ ਭਾਰੀ। ਵੀ ਸਾਰੇ ਦੁੱਖਾਂ ਤੋਂ ਭਾਰਾ ਦੁੱਖ ਹੀ ਲਾਲਚ ਹੈ। ਤੇ ਜਿਵੇਂ ਆਪਾਂ ਕਹਾਣੀ ਪੜ੍ਹਦੇ ਹੁੰਦੇ ਆ ਵੀ ਲਾਲਚ ਬੁਰੀ ਬਲਾ, ਉਹਦੇ ਵਿੱਚ ਜਿਹੜੀ ਪੂਰੇ ਐਕਸਪਲੇਨ ਕੀਤੀ ਹੁੰਦੀ ਸੀ ਇਹ ਨਾ ਪਾਤਰ ਬਣਾ ਕੇ, ਤੇ ਉਹ ਇੱਕ ਕੇਵਲ ਸਿੱਖਿਆ ਦਿੱਤੀ ਹੁੰਦੀ ਆ ਵੀ ਬੰਦੇ ਨੂੰ ਸਬਰ ਸ਼ੁਕਰ ਵਿੱਚ ਰਹਿ ਕੇ ਜਿਉਣਾ ਚਾਹੀਦਾ ਹੈ। ਗੁਰਬਾਣੀ ਵੀ ਸਾਨੂੰ ਲਾਲਚ ਦੁੱਖ ਭਾਰੀ ਕਹਿ ਕੇ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਇਹ ਤੋਂ ਬਚੋ। ਇਹ ਲਾਲਚ ਜਿਹੜਾ ਵਾ ਵੱਡੇ ਵੱਡੇ ਰਾਜਿਆਂ ਦੇ ਤਖਤੇ ਪਲਟਾ ਦਿੱਤੇ ਨੇ, ਵੱਡੇ ਵੱਡੇ ਧਰਮਾਤਮਾ ਮਨੁੱਖਾਂ ਨੂੰ ਜਿਹੜਾ ਵਾ ਭਸਮ ਕਰ ਦਿੱਤਾ। ਕਿਉਂਕਿ ਗੁਰਬਾਣੀ ਵਿੱਚ 5 ਵਿਕਾਰਾਂ ਦਾ ਜਦੋਂ ਜ਼ਿਕਰ ਆਉਂਦਾ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੇ ਲੋਭ ਲਾਲਚ ਦੀ ਗੱਲ ਜਦੋਂ ਚੱਲਦੀ ਹੈ, ਉਸ ਵਕਤ ਗੁਰੂ ਸਾਹਿਬ ਬੜੇ ਵਿਸਤਾਰ ਨਾਲ ਸਾਨੂੰ ਇਹ ਸਮਝਾਉਂਦੇ ਨੇ ਵੀ ਲੋਭੀ ਕਾਵੇ ਸਾਹ ਨਾ ਕੀਜੇ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਧੋਏ, ਜਿੱਥੇ ਹੱਥ ਨਾ ਪਾਏ, ਮਨਮੁਖ ਸੇਤੀ ਸੰਗ ਕਰੇ, ਮੋਹ ਕਾਲਖ ਦਾਗ ਲਗਾਏ। ਆ ਸਕਰੀਨ ਤੇ ਸ਼ਬਦ ਆ ਗਿਆ, ਲਾਲਚ ਛੋਡੋ ਅੰਧਿਓ ਲਾਲਚ ਦੁੱਖ ਭਾਰੀ। ਇਹ ਸਾਰੇ ਦੁੱਖਾਂ ਦਾ ਮੂਲ ਕਾਰਨ ਬਣਦਾ ਤੇ ਭਾਰੀ ਦੁੱਖ ਸਹਿਣਾ ਪੈਂਦਾ ਹੈ ਕੇਵਲ ਲਾਲਚ ਕਰਕੇ। ਇਹਨੂੰ ਛੱਡ ਕਿਵੇਂ ਸਕਦੇ ਹਾਂ? ਸਵਾਲ ਇਹ ਹੈ ਵੀ ਛੱਡ ਅਸੀਂ ਤਾਂ ਸਕਦੇ ਹਾਂ ਵੀ ਜਦੋਂ ਡਾਕਟਰ ਦੇ ਕੋਲ ਅਸੀਂ ਜਾਂਦੇ ਹਾਂ, ਤੇ ਡਾਕਟਰ, ਸਾਨੂੰ ਨਹੀਂ ਸੀ ਪਤਾ ਵੀ ਸਾਨੂੰ ਕੀ ਪ੍ਰੋਬਲਮ ਹੈ, ਪਰ ਡਾਕਟਰ ਦੇ ਕੋਲ ਗਏ ਤੇ ਡਾਕਟਰ ਨੇ ਸਾਨੂੰ ਦੱਸਿਆ ਵੀ ਤੁਹਾਨੂੰ ਸ਼ੂਗਰ ਹੈ, ਤੁਹਾਡਾ BP ਹਾਈ ਹੁੰਦਾ, ਤੇ BP ਹਾਈ ਹੋ ਰਿਹਾ ਹੈ, ਹੁਣ ਕਿਵੇਂ ਹਟੇਗਾ? ਸ਼ੂਗਰ ਹੈ, ਇਹ ਕਿਵੇਂ ਕੰਟਰੋਲ 'ਚ ਹੋਵੇਗੀ? ਡਾਕਟਰ ਨੇ ਸਾਨੂੰ ਇੱਕ ਮੈਡੀਸਨ ਦਿੱਤੀ, ਤੇ ਮੈਡੀਸਨ ਦੇ ਕੇ ਨਾਲ ਸਾਨੂੰ ਕੁਝ ਪਰਹੇਜ਼ ਦਿੱਤੇ ਨੇ। ਹੁਣ ਲਾਲਚ ਦੀ ਅੰਦਰ ਬਿਮਾਰੀ ਹੈ, ਤੇ ਡਾਕਟਰ ਕੌਣ ਹੈ? ਗੁਰੂ ਹੈ। ਮੇਰਾ ਵੈਦ ਗੁਰੂ ਗੋਬਿੰਦਾ। ਵੈਦ ਕੌਣ ਹੈ? ਗੁਰੂ ਹੈ ਮੇਰਾ। ਤੇ ਵੈਦ ਦਾ ਅਰਥ ਹੁੰਦਾ ਡਾਕਟਰ ਜਿਹਨੇ ਕੋਈ ਡਿਗਰੀ ਕੀਤੀ ਹੁੰਦੀ। ਮੇਰਾ ਵੈਦ ਗੁਰੂ ਗੋਬਿੰਦਾ,
ਤੇ ਇਹ ਲਾਲਚ ਦੀ ਬਿਮਾਰੀ ਕਿਵੇਂ ਦੂਰ ਹੋਵੇਗੀ? ਹਰ ਹਰ ਨਾਮ ਔਖਦ, ਔਖਦ ਦਾ ਮੀਨਿੰਗ ਹੁੰਦਾ ਔਸ਼ਧੀ, ਦਵਾਈ। ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਇਹ 5 ਵਿਕਾਰ ਜਿਹੜੇ ਨੇ, ਲੋਭ, ਲਾਲਚ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਗੱਲ, ਇਹ ਜਮਾਂ ਦਾ ਫੰਦਾ ਹੀ ਅਸਲ 'ਚ ਉਦੋਂ ਕੱਟਿਆ ਜਾਂਦਾ ਹੈ ਜਦੋਂ ਜਿਹੜੇ ਇਹ 5 ਵਿਕਾਰ ਨੇ ਦਾ ਫਾਹਾ ਹੀ ਉਦੋਂ ਕੱਟਿਆ ਜਾਂਦਾ ਜਦੋਂ ਵੈਦ ਗੁਰੂ ਦੇ ਕੋਲੋਂ ਅਸੀਂ ਦਵਾਈ ਲਵਾਂਗੇ। ਦਵਾਈ ਕਿਹੜੀ ਹੈ? ਨਾਮ ਦੀ, ਸਿੱਖਿਆ ਦੀ, ਮੱਤ ਵਾਲੀ। ਚੰਗੀ ਮੱਤ ਆ ਗਈ ਤੇ ਲਾਲਚ ਦੂਰ। ਡਾਕਟਰ ਨੇ ਦਵਾਈ ਦਿੱਤੀ ਤੇ ਬੀਪੀ ਵੀ ਕੰਟਰੋਲ ਵਿੱਚ ਤੇ ਸ਼ੂਗਰ ਵੀ ਕੰਟਰੋਲ ਵਿੱਚ। ਗੁਰੂ ਦੀ ਮੱਤ ਲਵਾਂਗੇ ਤੇ ਸਾਡਾ ਲਾਲਚ ਵੀ ਕੰਟਰੋਲ ਵਿੱਚ। ਲਾਲਚ ਸਾਡਾ ਬਦਲ ਕੇ ਕੇਵਲ ਲੋੜ ਤੱਕ ਸੀਮਿਤ ਰਹਿ ਜਾਏਗਾ। ਲੋੜ ਤੋਂ ਵਧੀ ਹੋਈ ਜਿਹੜੀ ਇੱਛਾ ਹੈ ਉਹ ਲਾਲਚ ਹੀ ਬਣਦੀ ਹੈ। ਹਾਂਜੀ, ਵਾਹਿਗੁਰੂ ਜੀ, ਲਾਲਚ ਦਾ ਜੇ ਰੂਪ ਬਦਲ ਜਾਵੇ ਤਾਂ ਵਧੀਆ ਜੀ, ਕਿ ਲਾਲਚ ਲੱਗ ਹਾਂਜੀ ਜਾਵੇ ਆਪਾਂ ਸੁਣਨ ਦਾ, ਕਥਾ ਸੁਣਨ ਦਾ, ਸਵੇਰੋਂ ਉੱਠਣ ਦਾ, ਬਾਣੀ ਪੜ੍ਹਨ ਦਾ। ਜੇ ਇਸ ਤਰ੍ਹਾਂ ਦਾ ਲਾਲਚ ਹੋਵੇ ਤਾਂ ਬਹੁਤ ਵਧੀਆ ਜੀ। ਇਸ ਜੀ ਤਰ੍ਹਾਂ ਦਾ ਬਿਲਕੁਲ। ਲਾਲਚ ਵਧੀਆ ਹੁੰਦਾ ਹੈ ਜੀ। ਇਸ ਤਰ੍ਹਾਂ ਦਾ ਲਾਲਚ ਸਾਨੂੰ ਕਰਨਾ ਚਾਹੀਦਾ ਹੈ, ਵੱਧ ਤੋਂ ਵੱਧ ਬਾਣੀ ਪੜ੍ਹਨ ਦਾ ਤੇ ਕਥਾ ਵਿਚਾਰ ਸੁਣਨ ਦਾ, ਸੰਗਤ ਕਰਨ ਦਾ, ਕੈਂਪ ਸੁਣਨ ਦਾ। ਜੀ ਇਸ ਤਰ੍ਹਾਂ ਦਾ ਲਾਲਚ ਹੋਣਾ ਚਾਹੀਦਾ। ਹਾਂਜੀ ਬੇਟਾ ਜੀ। ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਅਸੀਂ ਆਪਣੇ ਅੰਦਰੋਂ ਵਿਕਾਰਾਂ ਨੂੰ ਕਿਵੇਂ ਖਤਮ ਕਰ ਸਕਦੇ ਹਾਂ, ਕਿਉਂਕਿ ਵਿਕਾਰਾਂ ਕਰਕੇ ਸਾਨੂੰ ਕਈ ਵਾਰ ਚਿੰਤਾ ਹੁੰਦੀ ਹੈ। ਜੀ। ਦੇਖੋ ਬੇਟਾ, ਤੁਹਾਡਾ ਸਵਾਲ ਜਿਹੜਾ ਵਾ ਉਹ ਬਿਲਕੁਲ ਪਹਿਲੇ ਸਵਾਲ ਦੇ ਨਾਲ ਹੀ ਮਿਲਦਾ ਜੁਲਦਾ। ਜਿਵੇਂ ਕਿ ਆਪਾਂ ਉਹਦਾ ਜ਼ਿਕਰ ਕੀਤਾ ਸੀ ਵੀ ਜਿਵੇਂ ਬਿਮਾਰੀ ਨੂੰ ਦੂਰ ਕਰਨ ਦੇ ਲਈ ਡਾਕਟਰ ਤੋਂ ਅਸੀਂ ਦਵਾਈ ਲੈਂਦੇ ਹਾਂ, ਇਦਾਂ ਹੀ ਸਾਡੇ ਅੰਦਰ ਦੀਆਂ ਜਿਹੜੀਆਂ ਵੱਖ-ਵੱਖ ਇਛਾਵਾਂ ਜਾਂ ਵੱਖ-ਵੱਖ ਬਿਰਤੀਆਂ ਪੈਦਾ ਹੁੰਦੀਆਂ, ਇਹਨਾਂ ਨੂੰ ਤਬਦੀਲ ਕਰਨ ਦੇ ਲਈ ਗੁਰੂ ਕੀ ਮੱਤ ਦੁਆਰਾ ਹੀ ਅਸੀਂ, ਜਿਵੇਂ ਭਾਈ ਪ੍ਰੇਮਾ ਜੀ ਦਾ ਜੀਵਨ ਪੜ੍ਹੀਏ ਤੇ ਵਿਸ਼ੇ ਵਿਕਾਰਾਂ ਦੇ ਵਿੱਚ ਜੀਵਨ ਸਾਰਾ ਐਨ ਬਰਬਾਦ ਹੋ ਗਿਆ, ਸਰੀਰ ਕਰਕੇ ਤੇ ਮਨ ਕਰਕੇ ਬਰਬਾਦ ਹੋ ਗਿਆ। ਜਿਸ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ ਤੇ ਗੁਰੂ ਜੀ ਨੇ, ਸਤਿਗੁਰੂ ਮਹਾਰਾਜ ਨੇ ਭਾਈ ਲਾਲੂ ਵੈਦ ਦੀ ਡਿਊਟੀ ਲਾਈ ਵੀ ਸਰੀਰ ਦਾ ਇਲਾਜ ਇਹਨਾਂ ਦਾ ਤੁਸੀਂ ਕਰਨਾ ਹੈ ਤੇ ਇਹਨਾਂ ਦਾ ਮਾਨਸਿਕਤਾ ਦਾ ਇਲਾਜ ਜਿਹੜਾ ਅਸੀਂ ਕਰਾਂਗੇ। ਗੁਰੂ ਸਾਹਿਬ ਨੇ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਚੰਗੀ ਮੱਤ, ਗੁਰਬਾਣੀ ਦੀ ਮੱਤ ਦੇ ਕੇ ਸਤਿਗੁਰੂ ਮਹਾਰਾਜ ਨੇ ਉਹਨੂੰ ਠੀਕ ਕੀਤਾ। ਜਿਹੜੇ 5 ਵਿਕਾਰ ਨੇ, ਇਹਨਾਂ ਨੂੰ ਅਸੀਂ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਹੈ, ਗੁਰੂ ਦੀ ਮੱਤ ਤੇ ਚੱਲਿਆ, ਗੁਰਬਾਣੀ ਪੜ੍ਹ ਕੇ, ਸੁਣ ਕੇ, ਵਿਚਾਰ ਕੇ, ਉਹਨੂੰ ਜੀਵਨ 'ਚ ਪ੍ਰੈਕਟੀਕਲ ਲਾਗੂ ਕਰਕੇ ਹੀ ਅਸੀਂ ਇਹਨਾਂ ਤੇ ਕਾਬੂ ਪਾ ਸਕਦੇ ਹਾਂ। ਓਕੇ ਸਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਟਾ ਤੁਸੀਂ ਵੀਡੀਓ ਬੰਦ ਕਰਕੇ ਬੋਲੋ, ਆਵਾਜ਼ ਕੱਟਦੀ ਤੁਹਾਡੀ। ਪ੍ਰਭਜੀਤ ਕੌਰ ਬਰਨਾਲਾ ਤੋਂ ਚੌਥੀ ਕਲਾਸ ਨੰਬਰ ਕਰਕੇ ਬੋਲੋ। EPP ਨੰਬਰ 16-170। ਮੈਮ ਜੀ, ਮੇਰਾ ਸਵਾਲ ਇਹ ਹੈ ਕਿ ਜੇ ਸਾਨੂੰ ਕੋਈ ਹੈਲੋ, ਵਾਹਿਗੁਰੂ ਜੀ, ਆਵਾਜ਼ ਆ ਰਹੀ ਹੈ? ਆ ਰਹੀ ਹੈ ਬੇਟਾ, ਆਵਾਜ਼ ਆ ਰਹੀ ਜੀ, ਆ ਰਹੀ। ਆਵਾਜ਼ ਆ ਰਹੀ ਹੈ? ਵਾਹਿਗੁਰੂ ਬੋਲੋ ਜੀ। ਵਾਹਿਗੁਰੂ ਜੀ, ਆਵਾਜ਼ ਆ ਰਹੀ ਆ? ਆ ਰਹੀ ਹੈ। ਸਾਨੂੰ ਕੋਈ ਚਿੰਤਾ ਹੋਵੇ ਤਾਂ, ਜੇ ਸਾਨੂੰ ਕੋਈ ਚਿੰਤਾ ਹੋਵੇ ਤਾਂ ਉਸ ਚਿੰਤਾ ਵਿੱਚ ਅਸੀਂ ਕਿਵੇਂ ਬਾਹਰ ਨਿਕਲ ਸਕਦੇ ਹਾਂ? ਜੀ ਪਿਆਰੇ ਬੱਚੇ, ਤੁਹਾਡੇ ਲੈਵਲ ਦੀ ਮੈਂ ਗੱਲ ਕਰਾਂਗਾ। ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਵਜੀਦ ਖਾਨ ਦੀ ਕਚਹਿਰੀ ਵਿੱਚ ਲੈ ਕੇ ਗਏ ਸੀ, ਸਿਪਾਹੀ ਲੈ ਕੇ ਗਏ ਸੀ, ਤੇ ਆਪਾਂ ਉਹਨਾਂ ਦੀ ਵੀਡੀਓ ਵੀ ਦੇਖੀ ਹੋਈ ਹੈ ਸਾਰੀ, ਆਪਾਂ ਜਿਹੜੀ ਆਪਣੀ ਮੂਵੀ ਦੇਖੀ ਹੋਈ ਹੈ, ਭਾਵੇਂ ਕਿ ਉਹ ਸਾਰੀ ਹੈ ਡਾਕੂਮੈਂਟਰੀ ਹੈ, ਪਰ ਉਹਦੇ ਜਿਹੜੇ ਹੁਣ ਇਸ ਵਕਤ ਜਿਹੜੇ ਆ ਉਹ ਵੇਖਣ ਵਾਲੇ ਜਿੰਨੇ ਵੀ ਬੱਚੇ ਨੇ ਜਾਂ ਸਮਝਦਾਰ ਲੋਕ ਜਿਨ੍ਹਾਂ ਨੇ ਦੇਖਿਆ, ਉੱਥੇ ਜਿਹੜੇ ਡਾਇਲੋਗ ਬੋਲੇ ਗਏ ਜਾਂ ਜਿਹੜੀ ਇਤਿਹਾਸ ਦੀ ਗੱਲ ਜੋ ਸਮੇਂ ਦੇ ਰਾਈਟਰਾਂ ਨੇ ਜੋ ਲਿਖਿਆ ਉਹਨਾਂ ਦੇ ਬਾਰੇ, ਕਿ ਦੇਖੋ ਵੀ ਉਹ ਬੱਚੇ ਸੂਬੇ ਵਜੀਦ ਖਾਨ ਦੀ ਕਚਹਿਰੀ ਵਿੱਚ ਜਾਂਦੇ ਨੇ ਤੇ ਉਹਨਾਂ ਦੇ ਮੱਥੇ ਤੇ ਕਿਸੇ ਤਰ੍ਹਾਂ ਦਾ ਸ਼ਿਕਵਾ ਨਹੀਂ ਹੈ, ਕਿਸੇ ਤਰ੍ਹਾਂ ਦਾ ਗਿਲਾ ਨਹੀਂ ਹੈ, ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਹੈ।
ਜੇ ਅਸੀਂ ਚਿੰਤਾ ਵਿੱਚ ਚਲੇ ਵੀ ਜਾਈਏ ਤੇ ਚਿੰਤਾ ਚੋਂ ਬਾਹਰ ਕਿਵੇਂ ਆਉਣਾ। ਸਾਨੂੰ ਜਦੋਂ ਚਿੰਤਾ ਵੀ ਹੋਵੇ ਅਸੀਂ ਆਪਣੇ ਛੋਟੇ ਸਾਹਿਬਜ਼ਾਦੇ ਉਹਨਾਂ ਵੀਰਾਂ ਨੂੰ ਯਾਦ ਕਰਨਾ, ਜ਼ਰੂਰ ਯਾਦ ਕਰਨਾ ਵੀ ਜੇ ਸੂਬਾ ਵਜੀਦ ਖਾਨ ਦੀ ਕਚਹਿਰੀ ਵਿੱਚ ਜਾ ਕੇ ਉਹ ਘਬਰਾਏ ਨਹੀਂ, ਚਿੰਤਾ 'ਚ ਨਹੀਂ ਗਏ, ਤੇ ਅਸੀਂ ਕਿਉਂ ਚਿੰਤਾ ਵਿੱਚ ਜਾਈਏ, ਕਿਉਂਕਿ ਅਸੀਂ ਹਾਂ ਕਲਗੀਧਰ ਦੇ ਲਾਲ, ਉੱਚੇ ਸੁੱਚੇ ਸਾਡੇ ਖਿਆਲ। ਇਹਨਾਂ ਗੱਲਾਂ ਨੂੰ ਚੇਤੇ ਰੱਖਣਾ ਸੀ ਬੇਟਾ ਜੀ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ। ਮੈਮ ਮੈਂ ਦੱਸਣਾ ਚਾਹੁੰਦੀ ਹਾਂ, ਜਿਵੇਂ ਲਾਲਚ ਆ ਉਹ ਵੀ ਇੱਕ ਰੋਗ ਆ, ਮਾਇਆ ਦਾ ਉਹ ਵੀ ਰੋਗ ਆ, ਚਿੰਤਾ ਦਾ ਉਹ ਵੀ ਰੋਗ ਆ, ਤੇ ਗੁਰਬਾਣੀ ਕਹਿੰਦੀ ਆ ਕਿ ਕੋਈ ਵੀ ਰੋਗ ਆ, ਭਾਵੇਂ ਮਾਨਸਿਕ ਹੋਵੇ ਭਾਵੇਂ ਸਰੀਰਕ ਹੋਵੇ, ਇਹ ਸਾਰੇ ਵਾਹਿਗੁਰੂ ਦੇ ਨਾਮ ਨਾਲ ਦੂਰ ਹੁੰਦੇ ਆ। ਕਿਉਂਕਿ ਜਿਵੇਂ ਗੁਰਬਾਣੀ ਵਿੱਚ ਵੀ ਲਿਖਿਆ ਵਾ, ਗੁਰੂ ਪਾਤਸ਼ਾਹ ਨੇ ਕਿਹਾ ਵਾ ਸਰਬ ਰੋਗਾਂ ਔਖਦਾਂ, ਇਹ ਸਾਰੇ ਰੋਗਾਂ ਦਾ ਇਲਾਜ ਗੁਰਬਾਣੀ ਦਾ ਨਾਮ ਹੀ ਹੈ। ਸੋ ਸਾਨੂੰ ਨਿਤਨੇਮ ਕਰਨਾ ਚਾਹੀਦਾ ਹੈ, ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਬਹੁਤ ਜੀ। ਵਧੀਆ ਬੇਟਾ। ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿੰਨਾ ਨਿਤਨੇਮ ਕਰਦੇ ਹੋ ਬੇਟਾ? ਮੈਮ ਤੇਰੇ 5 ਬਾਣੀਆਂ ਦਾ, ਸ਼ਾਮੀ 11 ਸਾਹਿਬ ਤੇ ਰਾਤ ਨੂੰ ਸੋਹਿਲਾ ਸਾਹਿਬ। ਸ਼ਾਬਾਸ਼, ਬਹੁਤ ਵਧੀਆ। ਹਾਂਜੀ ਅਸੀਂ ਨਿਤਨੇਮ ਕਰੀਏ ਤੇ ਚਿੰਤਾ ਤੋਂ ਮੁਕਤ ਹੋਈਏ, ਹਨਾ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਕਿੱਥੇ ਆਈ ਬਾਣੀ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਸਾਡੇ ਕੋਲੇ ਜਦੋਂ ਬਾਣੀ ਆਊਗੀ ਤੇ ਸਾਡੀ ਵੀ ਚਿੰਤਾ ਮਿਟ ਜਾਊਗੀ, ਸਾਡੀ ਵੀ ਚਿੰਤਾ ਦੂਰ ਕਰੂਗੀ ਬਾਣੀ। ਸਾਡੇ ਕੋਲੇ ਕਿਵੇਂ ਆਊਗੀ? ਜਦੋਂ ਅਸੀਂ ਪਿਆਰ ਦੇ ਨਾਲ ਬਾਣੀ ਨੂੰ ਪੜਾਂਗੇ, ਸਮਝਾਂਗੇ। ਫਿਰ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਾਡੇ ਕੋਲੇ ਜਦੋਂ ਬਾਣੀ ਆਈ ਸਾਡੀ ਵੀ ਚਿੰਤਾ ਦੂਰ ਹੋਊਗੀ। ਬਹੁਤ ਵਧੀਆ, ਬਹੁਤ ਧੰਨਵਾਦ ਜੀ। ਹਾਂਜੀ ਵਾਹਿਗੁਰੂ ਜੀ। ਹੋਰ ਬੱਚੇ ਲੈਣੇ ਕੋਈ ਇੱਕ ਦੋ? ਠੀਕ ਹੈ ਜੀ। ਸੋ ਅੱਜ ਦੇ ਸਾਡੇ ਬੁਲਾਰੇ ਪ੍ਰਚਾਰਕ ਭਾਈ ਜਗਜੀਤ ਸਿੰਘ ਜੀ ਚੀਮਾ, ਜਿਨ੍ਹਾਂ ਦਾ ਵਿਸ਼ਾ ਸੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਹੈ। ਸੋ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਗੁਰਬਾਣੀ ਦੇ ਵਿੱਚੋਂ ਉਦਾਹਰਨਾਂ ਦੇ ਦੇ ਕੇ ਸਮਝਾਉਣਾ ਕੀਤਾ, ਸਬਰ ਬਾਰੇ ਦੱਸਿਆ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਜਿੰਨੇ ਵੀ ਜੁੜੇ, ਜਿੰਨੇ ਬੱਚਿਆਂ ਨੇ ਸਵਾਲ ਕੀਤੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਰੇ ਬੱਚਿਆਂ ਨੂੰ ਫਿਰ ਦੱਸਿਆ ਜਾਂਦਾ ਹੈ ਕਿ ਜਿਹੜੇ ਬੱਚੇ ਜਾਪ ਦੀ ਸੇਵਾ ਲੈਣਾ ਚਾਹੁੰਦੇ ਆ, ਕੀਰਤਨ ਦੀ ਸੇਵਾ ਲੈਣਾ ਚਾਹੁੰਦੇ ਆ, ਜਾਂ ਆਪਣੇ ਫੀਡਬੈਕ ਭੇਜਣਾ ਚਾਹੁੰਦੇ ਆ, ਤਾਂ ਉਹ ਸਕਰੀਨ ਤੇ ਜਿਹੜੇ ਨੰਬਰ ਦਿੱਤੇ ਜਾਂਦੇ ਆ ਉਹ ਜ਼ਰੂਰ ਨੋਟ ਕਰੋ ਜੀ, ਤੇ ਨਾਲ ਸੇਵਾ ਜ਼ਰੂਰ ਲਓ ਜੀ। ਜਿਹੜੇ ਬੱਚੇ ਹਜੇ ਤੱਕ ਜਾਪ ਦੀ ਸੇਵਾ ਨਹੀਂ ਲਈ, ਉਹ ਬੱਚੇ ਜ਼ਰੂਰ ਲਓ ਜੀ। ਕੋਈ ਗੱਲ ਨਹੀਂ, ਤੁਹਾਡੀ ਵਾਰੀ ਵੀ ਆਊਗੀ। ਕਈ ਬੱਚੇ ਕਹਿ ਦਿੰਦੇ ਜੀ ਸਾਡਾ ਬਹੁਤ ਟਾਈਮ ਹੋ ਗਿਆ ਨੋਟ ਕਰਵਾਏ ਨੂੰ, ਹਜੇ ਵਾਰੀ ਨਹੀਂ ਆਈ। ਕੋਈ ਗੱਲ ਨਹੀਂ ਬੇਟਾ, ਤੁਹਾਡੀ ਸਾਰਿਆਂ ਦੀ ਵਾਰੀ ਆਊਗੀ। ਤੇ ਆਪਣਾ ਟੌਪਿਕ ਲੈ ਕੇ ਵੀ ਜ਼ਰੂਰ ਕਿਸੇ ਨਾ ਕਿਸੇ ਦਿਨ ਬੋਲੋ। ਜਿਹੜੇ ਬੱਚੇ ਅਟੈਂਡੈਂਸ ਲਗਾ ਰਹੇ ਨੇ ਉਹ ਆਪਣਾ ਲੀਵ ਕਰ ਸਕਦੇ ਆ ਜੀ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਾਰੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।